मेरे अति सत्कारयोग वीर छोटे वीर सरदार मनमोहन सिंह पोपली, जिन्हां दा एक बहुत वड्डा योगदान है। तुसीं वेख्या होवेगा यूट्यूब ते भाई साहब जी ने इन्नी मेहनत करके तुहाडे लखनऊ दे जां आस पास दे शहरां दे जिन्ने भी लाइव प्रोग्राम होंदे ने कीर्तन दरबारां दे, उन्हां सारियां प्रोग्रामां नूं रिकॉर्डिंग करके आप यूट्यूब ते अपलोड करते हैं। ये उन्हां दी अणथक सेवा है और इस सेवा दे विच उन्हां दा अपना कोई लालच नहीं, कोई स्वार्थ नहीं। मालिक कृपा करे इन्हां नूं होर वधेरे सेवा करन दा बल उद्यम ताकत बख्शिश करन। सतनाम श्री वाहिगुरु साहिब जी। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। ज्ञान ध्यान किश कर्म न जाना, नाए न निर्मल करनी। साध संगत कै अंचल लाभ, बेखम नदी जाए तरणी। साध संगत कै अंचल लाभ, बेखम नदी जाए तरणी। हऊँ आया दूरों चल के, मैं तकी तो शरणाई दियो। मैं आशा रखी चित में, मेरा सब दुख गवाए दियो। सतनाम श्री वाहिगुरु साहिब जी। भूख तुखार न व्यापी, कंठ मिलया हर नाम। मन भेदया चरनार बिंद, दर्शन लगड़ा साम। भूख तुखार न व्यापी, कंठ मिलया हर नाम। मन भेदया चरनार बिंद, दर्शन लगड़ा साम। ओट गोविंद गोपाल राय, सेवा स्वामी लाह। बिखया पू ना सकी, मेल साधु गुण गाह। जहते उपजी तह मिली, सच्चे प्रीत समाह। कर गह लीनी पार ब्रह्म, बाहुड़ ना विछड़िया। बार जाऊं लख बेरियां, हर सजन अगम अगा। शर्म पई नारायण, नानक दर पईया। भूख सुहंदा सर्ब सुख,
ਜਿਸ ਬਖਸ਼ੇ ਵੇ ਪ੍ਰਵਾਹ ਸ਼ਰਮ ਪਈ ਨਾਰਾਇਣ ਨਾਨਕ ਦਰ ਪਈਆ ਭੁਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪ੍ਰਵਾਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਅੰਦਰ ਸੁਭਾਇਮਾਨ ਗੁਰੂ ਰੂਪ ਗੁਰੂ ਸਾਧ ਸੰਗਤ ਜੀ, ਸਤਿਗੁਰਾਂ ਦੇ ਅਪਾਰ ਕਿਰਪਾ ਸਦਕਾ ਅੰਮ੍ਰਿਤ ਵੇਲੇ ਦੀਵਾਨ ਦੀਆਂ ਹਾਜ਼ਰੀਆਂ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਗਰੀਬ ਨਵਾਜ ਸਤਿਗੁਰੂ ਕਿਰਪਾ ਕਰਨ, ਮਨੋਬਿਰਤੀਆਂ ਦੀ ਇਕਾਗਰਤਾ ਬਖਸ਼ਿਸ਼ ਕਰਨ, ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਆਪ ਵਿਚਾਰ ਕਰਵਾ ਲੈਣ। ਵਿਚਾਰ ਅਧੀਨ ਸ਼ਬਦ 12 ਮਾਹਾਂ ਬਾਣੀ ਗੁਰੂ ਅਰਜਨ ਸਾਹਿਬ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਮੁਖਾਰ ਬਿਨ ਤੋਂ ਉਚਾਰਨ ਰਾਗ ਮਾਝ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ। ਇਹ ਲੜੀ ਜੋ 12 ਮਾਹਾਂ ਦੀ ਮਹਾਰਾਜ ਜੀ ਨੇ ਬਣਾਈ ਹੈ, ਪਹਿਲਾਂ ਵੀ ਬੇਨਤੀ ਕੀਤੀ ਕਿ 12 ਮਾਹਾਂ ਦਾ ਸੰਬੰਧ ਅੰਦਰ ਦੀ ਤਬਦੀਲੀ ਦੇ ਨਾਲ ਹੈ। ਬਾਹਰ ਦੀਆਂ ਰੁੱਤਾਂ ਕੁਦਰਤ ਦੇ ਨਿਯਮ ਦੇ ਮੁਤਾਬਕ ਉਹ ਬਦਲਦੀਆਂ ਨੇ। ਮੌਸਮ ਆਉਂਦਾ ਹੈ, ਮੌਸਮ ਜਾਂਦਾ ਹੈ, ਉਹਦੇ ਤੇ ਕਿਸੇ ਬੰਦੇ ਦਾ ਜ਼ੋਰ ਨਹੀਂ ਚੱਲਦਾ। ਉਹਦੇ ਵਿੱਚ ਕੋਈ ਬੰਦਾ ਚਾਹੇ ਕਿ ਮੈਂ ਰੁੱਤ ਬਦਲ ਦਿਆਂ ਤਾਂ ਰੁੱਤ ਬਦਲੀ ਨਹੀਂ ਜਾ ਸਕਦੀ। ਗਰਮੀ ਆ ਤਾਂ ਗਰਮੀ ਹੀ ਆਉਣੀ ਆ, ਸਰਦੀ ਤਾਂ ਸਰਦੀ। ਉਸ ਰੁੱਤ ਨੂੰ ਕੋਈ ਤਬਦੀਲ ਨਹੀਂ ਕਰ ਸਕਦਾ, ਪਰ ਇੱਕ ਤਬਦੀਲੀ ਮਨੁੱਖ ਕਰ ਸਕਦਾ ਹੈ ਆਪਣੇ ਅੰਦਰ ਦੀ। ਉਹਨੂੰ ਮਹਾਰਾਜ ਜੀ ਨੇ 12 ਮਾਹਾਂ ਦੀ ਬਾਣੀ ਵਿੱਚ ਦਰਜ ਕੀਤਾ ਕਿ ਕਿਸ ਤਰ੍ਹਾਂ ਤੂੰ ਆਪਣੇ ਆਪ ਨੂੰ ਤਬਦੀਲ ਕਰ ਸਕਦਾ ਹੈ। ਗੁਰਬਾਣੀ ਵਿੱਚ ਮਹਾਰਾਜ ਜੀ ਨੇ ਸਪਸ਼ਟ ਕੀਤਾ ਹੈ, ਜੋ ਇਸ 12 ਮਾਹਾਂ ਦਾ ਮਜ਼ਮੂਨ ਹੈ ਕਿ ਸੰਸਾਰ ਜਿਹੜਾ ਉਹ ਇੱਕ ਤਪਤ ਹੈ ਤੇ ਨਿਰੰਕਾਰ ਜਿਹੜਾ ਹੈ ਉਹ ਠੰਡ ਹੈ। ਤਪਸ਼ ਔਰ ਠੰਡਕ ਦੋ ਵੱਖਰੀਆਂ ਚੀਜ਼ਾਂ। ਸਤਿਗੁਰੂ ਨੇ ਬਾਣੀ ਵਿੱਚ ਸਪਸ਼ਟ ਕੀਤਾ, ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ। ਦੁਨੀਆ ਤਪਤ, ਆਤਿਸ਼ ਅੱਗ ਹੈ। ਪਰਮਾਤਮਾ ਦਾ ਨਾਮ ਜਿਹੜਾ ਹੈ ਉਹ ਸੀਤਲ ਹੈ, ਠੰਡਕ ਹੈ। ਬਸ ਤਪਤ ਤੋਂ ਠੰਡ ਤੱਕ ਪਹੁੰਚਣਾ ਮਨੁੱਖ ਨੇ। ਤੇ ਉੱਥੇ ਮਹਾਰਾਜ ਜੀ ਨੇ ਕਿਹਾ ਵੀ ਜੇ ਤੂੰ ਜੇਠ ਹਾੜ ਤੋਂ ਤਪਦਾ ਹੈ, ਹਿਰਦੇ ਦੀ ਜ਼ਮੀਨ ਜਦੋਂ ਤਪ ਜਾਂਦੀ ਹੈ ਜੇਠ ਹਾੜ ਦੀਆਂ ਧੁੱਪਾਂ ਦੇ ਨਾਲ, ਫਿਰ ਉਹ ਬੇਨਤੀ ਕਰਦੀ ਹੈ, ਫਿਰ ਸਾਉਣ ਦੀ ਰਹਿਮਤ ਹੁੰਦੀ ਹੈ, ਭਾਵ ਅਕਾਲ ਪੁਰਖ ਦੀ ਕਿਰਪਾ ਦਾ ਮੀਂਹ ਪੈਂਦਾ ਹੈ। ਫਿਰ ਉਸ ਤੋਂ ਅੱਗੇ ਭਾਦੋਂ ਦੇ ਵਿੱਚ ਭਰਮ ਵੀ ਕਈ ਵਾਰ ਬੰਦੇ ਦੇ ਮਨ 'ਚ ਖਲੋ ਜਾਂਦੇ ਆ। ਸ਼ੀਤਲਤਾ ਤਾਂ ਹੈ ਪਰ ਭਰਮ ਹੈ, ਜਾਣੀ ਧਾਰਮਿਕ ਰੱਬ ਦਾ ਨਾਮ ਆਇਆ ਨਹੀਂ ਹਿਰਦੇ ਵਿੱਚ, ਪਰ ਉਹ ਭੇਖੀ ਬਣ ਕੇ ਰੱਬ ਦੇ ਨਾਮ ਦਾ ਸੇਵਕ ਬਣ ਕੇ ਹੈ ਨਹੀਂ, ਬਣ ਗਿਆ ਹੈ। ਇਹ ਭਰਮ ਖੜਾ ਹੋ ਗਿਆ। ਇਹ ਭਰਮ ਜੇਠ ਹਾੜ ਨਾਲੋਂ ਵੀ ਜ਼ਿਆਦਾ ਤਪਸ਼ ਦਿੰਦਾ ਹੈ। ਭਾਦੋਂ ਦੇ ਚਮਾਸੇ ਜ਼ਿਆਦਾ ਤਕਲੀਫ ਦਿੰਦੇ ਆ ਜੇਠ ਹਾੜ ਦੀ ਧੁੱਪ ਨਾਲੋਂ ਵੀ। ਫਿਰ ਉਸ ਤੋਂ ਬਾਅਦ ਵਿੱਚ ਪ੍ਰੇਮ ਦਾ ਇੱਕ ਉਮਾਹ ਪੈਦਾ ਹੋਇਆ। ਅੱਸੂ ਦਾ ਮਹੀਨਾ ਬਣ ਗਿਆ। ਬੇਨਤੀ ਕੀਤੀ ਮਹਾਰਾਜ ਜੀ ਨੂੰ, ਸਤਿਗੁਰੂ ਨੂੰ, ਸਤਿਗੁਰੂ ਨੇ ਰਹਿਮਤ ਕੀਤੀ, ਹਿਰਦੇ ਵਿੱਚ ਪ੍ਰੇਮ ਆਇਆ। ਮਿਲਾਪ ਦਾ ਪਹਿਲਾ ਵਸੀਲਾ ਹੈ ਪ੍ਰੇਮ। ਫਿਰ ਉਸ ਤੋਂ ਅੱਗੇ ਹੋਰ ਕਿਰਪਾ ਹੋਈ, ਫਿਰ ਉਹ ਬਣ ਗਿਆ ਕੱਤਕ ਕਰਮ ਕਮਾਵਣੇ। ਦੂਸਰਾ ਵਸੀਲਾ ਹੈ ਮਿਲਣ ਦਾ ਕਰਮ, ਆਪਣੇ ਕਰਮਾਂ ਪ੍ਰਤੀ ਸੁਚੇਤ ਹੋਣਾ। ਔਰ ਸਾਰਾ ਹੀ ਸਰੀਰ ਕਰਮ ਭੂਮ ਹੈ। ਕਰਮ ਭੂਮ ਦੇ ਵਿੱਚ ਜਿਹੜਾ ਮਨੁੱਖ ਜੀ ਰਿਹਾ ਹੈ, ਸਰੀਰ ਕੰਨ ਸੁਣਦੇ ਆ, ਅੱਖਾਂ ਦੇਖਦੀਆਂ, ਕਰਮ ਆਪਣੇ ਆਪ ਹੀ ਹੋ ਰਿਹਾ। ਪਰ ਸੁਚੇਤਤਾ ਗੁਰੂ ਕੋਲੋਂ ਲੈਣੀ ਹੈ ਵੀ ਕਿਹੜਾ ਕੰਮ ਕਰਨਾ ਹੈ, ਕੀ ਦੇਖਣਾ ਹੈ, ਕੀ ਸੁਣਨਾ ਹੈ, ਕੀ ਬੋਲਣਾ ਹੈ, ਕਿੱਥੇ ਚੱਲਣਾ ਹੈ, ਕਿੱਥੇ ਰੁਕਣਾ ਹੈ, ਕਿੱਥੇ ਬੈਠਣਾ ਹੈ। ਇਹ ਸਾਰੀਆਂ ਗੱਲਾਂ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਸਮਝਾਈਆਂ। ਜਿਹੜਾ ਕਰਮਾਂ ਪ੍ਰਤੀ ਸੁਚੇਤ ਹੋ ਗਿਆ, ਇਹਦੇ ਵਿੱਚ ਪ੍ਰੇਮ ਦਾ ਉਮਾਹ ਵੀ ਹੈ, ਉਹ ਫਿਰ ਪ੍ਰਮਾਤਮਾ ਗੁਰੂ ਦੇ ਨਾਲ ਮਿਲ ਜਾਂਦੇ ਆ ਤੇ ਉਹ ਮੰਗਰ ਮਾਹੇ ਸੁਹੰਦੀਆਂ ਬਣ ਜਾਂਦੀਆਂ। ਆਪਣੇ ਹਿਰਦੇ ਘਰ ਵਿੱਚ, ਮਨ ਘਰ ਦੇ ਵਿੱਚ ਟਿਕ ਜਾਂਦੀਆਂ। ਉੱਥੇ ਵੀ ਹਿਰਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਵਾਸਾ ਹੈ ਤੇ ਉਹ ਇੱਕ ਹੋ ਗਏ ਜੀਵ ਇਸਤਰੀ ਔਰ ਪ੍ਰਮਾਤਮਾ। ਜੀਵਾਤਮਾ ਪਰਮਾਤਮਾ ਇੱਕ ਹੋ ਗਏ। ਮੰਗਰ ਮਾਹੇ ਸੁਹੰਦੀਆਂ,
ਹਰ ਪਿਰ ਸੰਗ ਬੈਠੜੀਆਂ। ਹਿਰਦੇ ਘਰ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਤੇ ਜੀਵਾਤਮਾ ਦੋਹੇ ਦਾ ਵਾਸਾ ਹੋ ਗਿਆ, ਇਕੱਠੇ ਹੋ ਗਏ। ਹੁਣ ਜਿਹਦੇ ਲਈ ਅਰਦਾਸ ਕਰ ਰਿਹਾ ਸੀਗਾ ਚਿਰ ਤੋਂ, ਜਿਸ ਠੰਡ ਦੇ ਸੌਮੇ ਦੀ ਪ੍ਰਾਪਤੀ ਵਾਸਤੇ ਅਕਾਲ ਪੁਰਖ ਨੇ ਰਹਿਮਤ ਕੀਤੀ ਕਿ ਹੁਣ ਉਹ ਠੰਡ ਦਾ ਸਮਾਂ ਵੀ ਆ ਗਿਆ, ਉਹ ਸੀਤਲਤਾ ਦਾ ਸੌਮਾ ਵੀ ਪ੍ਰਗਟ ਹੋ ਗਿਆ, ਤਾਂ ਉਹ ਫਿਰ ਸੀਤਲਤਾ ਦੇ ਵਿੱਚ ਆ ਕੇ ਮਹਾਰਾਜ ਸੱਚੇ ਪਾਤਸ਼ਾਹ ਕਹਿ ਰਹੇ, ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾ। ਜਿਹਦੇ ਹਿਰਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਵਾਸਾ ਹੋ ਜਾਂਦਾ ਹੈ ਨਾ, ਜਦੋਂ ਕੋਈ ਜੀਵ ਜਗਿਆਸੂ ਚੱਲਦਾ ਹੈ ਇਸ ਤਪਸ਼ ਤੋਂ ਬਚਣ ਵਾਸਤੇ, ਤਾਂ ਬੜੀ ਵਾਰ ਇਸ ਤਰ੍ਹਾਂ ਹੋ ਜਾਂਦਾ ਹੈ ਕਈ ਦਫਾ ਕਿ ਉਹਦਾ ਮਨ ਜਿਹੜਾ ਹੈ ਉਹ ਦੁਨੀਆ ਤੋਂ ਹਟ ਜਾਂਦਾ ਪਰਾਂ। ਫਿਰ ਜਦੋਂ ਮੈਂ ਕੋਈ ਬਾਣੀ ਦੀ ਵਿਚਾਰ ਕਰਦਾ ਹੈ ਜਾਂ ਉਹਦੇ ਥੋੜ੍ਹਾ ਬਹੁਤ ਉਹਦੇ ਹਿਰਦੇ ਵਿੱਚ ਅਕਾਲ ਪੁਰਖ ਦੀ ਰਹਿਮਤ ਆਉਂਦੀ ਹੈ ਤਾਂ ਉਹ ਕਹਿੰਦਾ ਵੀ ਦੁਨੀਆ ਤਾਂ ਕੁਛ ਨਹੀਂ, ਦੁਨੀਆ ਨੂੰ ਛੱਡ ਦਿੱਤਾ ਜਾਏ। ਜੋਗੀਆਂ ਨੇ ਵੀ ਇਹੀ ਕੁਛ ਕੀਤਾ ਵੀ ਰੱਬ ਦੀ ਪ੍ਰਾਪਤੀ ਕਰਨੀ ਹੈ ਤਾਂ ਦੁਨੀਆ ਨੂੰ ਤਿਆਗ ਦਿਓ, ਸੰਸਾਰ ਨੂੰ ਹਟਾ ਦਿਓ, ਮਿਟਾ ਦਿਓ, ਤਾਂ ਨਿਰੰਕਾਰ ਵੱਲ ਚੱਲੀਏ। ਤਾਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੜਾ ਪਿਆਰਾ ਜਿਹਾ ਇੱਥੇ ਇੱਕ ਵਿਚਾਰ ਬਖਸ਼ਿਸ਼ ਕੀਤਾ ਹੈ ਕਿ ਕਦੇ ਵੀ ਆਪ ਜੀ ਇਸ ਗੱਲ ਨੂੰ ਸਮਝਣਾ ਧਿਆਨ ਨਾਲ ਕਿ ਕਦੇ ਜੇਠ ਹਾੜ ਦੀਆਂ ਧੁੱਪਾਂ ਵਿੱਚ ਵੀ ਆਪਾਂ ਕਿਹਾ ਵੀ ਆਪਾਂ ਧੁੱਪੇ ਬਹਿਣਾ ਹੈ। ਜੇਠ ਹਾੜ ਦੇ ਮਹੀਨੇ ਵਿੱਚ ਕੋਈ ਧੁੱਪੇ ਨਹੀਂ ਬਹਿੰਦਾ, ਕਿਉਂਕਿ ਪਤਾ ਹੈ ਵੀ ਉਹ ਤਪਸ਼ ਨਾ ਸਹਿਣਯੋਗ ਹੈ, ਉਹ ਰੋਗ ਕਰ ਦੇਗੀ ਸਰੀਰ ਨੂੰ। ਵੈਸੇ ਹੀ ਨਹੀਂ ਸਹਿ ਪਾ ਰਿਹਾ ਤਾਂ ਬਹਿਗਾ ਕਿੱਥੇ ਧੁੱਪ ਦੇ ਵਿੱਚ। ਧੁੱਪ ਦੀ ਅਹਿਮੀਅਤ ਉਦੋਂ ਹੈ ਜਦੋਂ ਠੰਡ ਨਾ ਹੈ। ਜਦੋਂ ਸਰਦੀ ਦੀ ਰੁੱਤ ਆ ਗਈ ਫਿਰ ਮਨੁੱਖ ਦੇਖਦਾ ਵੀ ਸੂਰਜ ਚੜ੍ਹੇ ਤਾਂ ਸੂਰਜ ਦਾ ਨਿੱਘ ਲਈਏ। ਸੰਸਾਰ ਜ਼ਰੂਰੀ ਹੈ, ਸੰਸਾਰ ਤਿਆਗਿਆ ਨਹੀਂ ਜਾ ਸਕਦਾ, ਸੰਸਾਰ ਨੂੰ ਛੱਡਿਆ ਨਹੀਂ ਜਾ ਸਕਦਾ। ਮਹਾਰਾਜ ਕਹਿੰਦੇ ਪਰ ਜੇ ਤੂੰ ਇਕੱਲਾ ਸੰਸਾਰ ਨਾਲ ਜੁੜ ਜਾਏਗਾ ਤਾਂ ਵੀ ਦੁੱਖ ਹੀ ਭੋਗੇਗਾ। ਜੇ ਇਕੱਲਾ ਸੰਸਾਰ ਦੇ ਪਦਾਰਥ ਪਰਮਾਤਮਾ ਦੇ ਹੈ, ਪਰਮਾਤਮਾ ਦੇ ਹੱਥ ਵਿੱਚ ਪਦਾਰਥ ਹੈ। ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਾਰ ਤਲ ਧਰਿਆ। ਪਰਮਾਤਮਾ ਕੋਲ ਪਦਾਰਥ ਨਹੀਂ, ਪਰਮੇਸ਼ਰ ਕੋਲ ਪਦਾਰਥ ਹੈ। ਸਾਰੇ ਖਜ਼ਾਨੇ ਉਹਦੇ ਆਪਣੇ ਹੱਥ ਵਿੱਚ ਨੇ। ਪਰ ਜੇ ਤੂੰ ਇਕੱਲਾ ਪਰਮਾਤਮਾ ਤੋਂ ਟੁੱਟ ਕੇ ਦੁਨੀਆ ਨੂੰ ਭੋਗਣ ਦੀ ਗੱਲ ਕਰੇਗਾ ਤਾਂ ਦੁਖੀ ਹੋਏਗਾ। ਇਕੱਲਾ ਪਦਾਰਥ ਦੁਖੀ ਕਰ ਦੇਗਾ। ਇਸ ਕਰਕੇ ਸਮਝਾਇਆ ਵੀ ਰੱਬ ਨਾਲ ਜੁੜ ਕੇ ਨਿੱਘ ਮਾਣ। ਠੰਡ ਵਿੱਚ ਸੂਰਜ ਨਾਲ ਜੁੜ ਤਾਂ ਨਿੱਘ ਮਿਲੇਗਾ, ਸੁੱਖ ਮਿਲੇਗਾ, ਸਕੂਨ ਮਿਲੇਗਾ। ਦੁਨੀਆ ਨੂੰ ਤਿਆਗਣ ਦੀ ਗੱਲ ਨਹੀਂ, ਦੁਨੀਆ ਦੇ ਨਾਲ ਰਹਿਣ ਦੀ ਗੱਲ ਕੀਤੀ ਹੈ। ਫਿਰ ਇਸੇ ਨੂੰ ਜਦੋਂ ਮਹਾਰਾਜ ਕਹਿੰਦੇ ਦੇਖੇਗਾ ਤਾਂ ਫਿਰ ਗੁਰੂ ਨਾਨਕ ਸਾਹਿਬ ਨੇ ਜਿਵੇਂ ਜੋਗੀਆਂ ਨੂੰ ਸਮਝਾਇਆ ਕਿ ਸਿੱਧ ਛਪ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ। ਜੋਗੀ ਗਿਆਨ ਵਿਹੂਣਿਆ ਨਿਸ ਦਿਨ ਅੰਗ ਲਗਾਏ ਨਿਸ਼ਾਰਾ। ਗਿਆਨ ਤੋਂ ਹੀਣੇ ਜੋਗੀ ਸੰਸਾਰ ਨੂੰ ਤਿਆਗ ਗਏ। ਮਹਾਰਾਜ ਜੀ ਨੇ ਕਿਹਾ ਦੁਨੀਆ ਵੀ ਇੱਕ ਪੱਖ ਹੈ ਅਕਾਲ ਪੁਰਖ ਦਾ, ਤੇ ਦੁਨੀਆ ਵਿੱਚ ਵੀ ਅਕਾਲ ਪੁਰਖ ਦੀ ਸੇਵਾ ਹੈ। ਤਾਂ ਹੀ ਤਾਂ ਕਿਹਾ ਵਿੱਚ ਦੁਨੀਆ ਸੇਵ ਕਮਾਈ ਹੈ, ਤਾਂ ਦਰਗਾਹ ਬੈਸਣ ਪਾਈ ਹੈ, ਕਹੋ ਨਾਨਕ ਬਾਂਹ ਲੁਡਾਈ ਹੈ। ਦੁਨੀਆ ਵੀ ਇੱਕ ਪੱਖ ਹੈ ਪਰਮੇਸ਼ਰ ਦਾ, ਦੁਨੀਆ ਵਿੱਚ ਰਹਿਣਾ ਹੈ। ਪਰ ਕਈ ਵਾਰ ਐਸਾ ਹੁੰਦਾ ਹੈ ਵੀ ਜੇਠ ਹਾੜ ਦੀ ਧੁੱਪ ਤੋਂ ਤਪਿਆ ਹੋਇਆ ਜੀਵ ਉਦੋਂ ਨਫ਼ਰਤ ਹੋ ਜਾਂਦੀ ਹੈ, ਗਰਮੀ ਨਾਲ ਨਫ਼ਰਤ ਕਰਦਾ। ਇਸ ਤਰ੍ਹਾਂ ਉਹ ਜੋ ਪਦਾਰਥ ਦਾ ਦੁੱਖ ਭੋਗ ਕੇ ਜਿਹੜਾ ਜੀਵ ਆਇਆ, ਜਦੋਂ ਨਿਰੰਕਾਰ ਨਾਲ ਜੁੜਦਾ ਤਾਂ ਉਹਨੂੰ ਲੱਗਦਾ ਵੀ ਦੁਨੀਆ ਤਿਆਗ ਦੇਣੀ ਚਾਹੀਦੀ ਹੈ। ਮਹਾਰਾਜ ਜੀ ਨੇ ਕਿਹਾ ਤਿਆਗਣੀ ਨਹੀਂ, ਪਰਮਾਤਮਾ ਨਾਲ ਜੁੜ ਕੇ ਇਸ ਦੁਨੀਆ ਨੂੰ ਭੋਗਣਾ ਹੈ। ਪਰਮਾਤਮਾ ਦੇ ਨਾਮ ਦੇ ਨਾਲ ਇਸ ਦੁਨੀਆ ਨੂੰ ਮੰਨਣਾ ਹੈ। ਦੁਨੀਆ ਨੂੰ ਇਸ ਕਰਕੇ ਮੈਂ ਬੇਨਤੀ ਕਰਦਾ ਹੁੰਦਾ ਵੀ ਦੁਨੀਆ ਨੂੰ ਭੋਗਦਾ ਹੀ ਗੁਰਮੁਖ ਹੈ। ਬਾਕੀ ਇਹਨੂੰ ਤਾਂ ਦੁਨੀਆ ਭੋਗ ਜਾਂਦੀ ਹੈ, ਸੰਸਾਰ ਭੋਗਦਾ ਹੈ। ਪਦਾਰਥ ਨੂੰ ਭੋਗਦਾ ਹੈ ਤਾਂ ਕੇਵਲ ਗੁਰਮੁਖ। ਬਾਕੀ ਸਾਰੇ ਦੁਨੀਆ ਜਿੰਨੇ ਵੀ ਮਨਮੁਖਤਾਈ ਜਾਂ ਆਪ ਮਨ ਮਰਜ਼ੀ ਨਾਲ ਜੀਣ ਵਾਲਾ ਜਿਹੜਾ ਜੀਵ ਹੈ ਉਹਨੂੰ ਦੁਨੀਆ ਭੋਗਦੀ ਹੈ, ਉਹਨੂੰ ਪਦਾਰਥ ਭੋਗਦੇ ਆ। ਗੁਰਮੁਖਾਂ ਨੇ ਦੁਨੀਆ ਦਾ ਸੁੱਖ ਮਾਣਿਆ ਹੈ। ਸੰਸਾਰ ਵਿੱਚ ਆ ਕੇ ਉਹਨਾਂ ਨੇ ਜੀਵਨ ਦੀ ਚੜ੍ਹਦੀ ਕਲਾ ਹੋਈ ਹੈ, ਕਿਉਂਕਿ ਗੁਰੂ ਦੇ ਆਸਰੇ ਜੀਏ ਨੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਕਿ ਪੋਖ ਤੁਖਾਰ ਨਾ ਵਿਆਪਈ। ਉਹਨਾਂ ਨੂੰ ਸਰਦੀ ਵੀ ਨਹੀਂ ਲੱਗਦੀ, ਪਾਲਾ ਵੀ ਨਹੀਂ ਉਹਨਾਂ ਨੂੰ ਸਤਾਉਂਦਾ, ਕਿਉਂਕਿ ਬਹੁਤਾ ਪਾਲਾ ਵੀ ਪਰੇਸ਼ਾਨ ਕਰਦਾ। ਬਹੁਤੀ ਠੰਡ ਜਿਹੜੀ ਹੈ ਉਹ ਵੀ ਪਰੇਸ਼ਾਨ ਕਰਦੀ ਹੈ। ਪਰ ਗੁਰਮੁਖਾਂ ਕੋਲ ਬਹੁਤੀ ਠੰਡ ਵੀ ਨਹੀਂ ਹੈ, ਨਾ ਤਪਸ਼ ਹੈ। ਉਹਨਾਂ ਕੋਲ ਨਿੱਘ ਹੈ, ਵਾਹਿਗੁਰੂ ਦੀ ਗੋਦ ਦਾ ਨਿੱਘ, ਵਾਹਿਗੁਰੂ ਦੇ ਨਾਮ ਦਾ ਨਿੱਘ, ਗੁਰੂ ਦੇ ਗਿਆਨ ਦੇ ਪ੍ਰਕਾਸ਼ ਦਾ ਨਿੱਘ ਗੁਰਸਿੱਖ ਦੇ ਜੀਵਨ ਵਿੱਚ ਹੈ। ਇਸ ਕਰਕੇ ਮਹਾਰਾਜ ਕਹਿ ਰਹੇ ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾਹ। ਨਾਹ ਦਾ ਅਰਥ ਹੈ ਖਸਮ, ਮਾਲਕ, ਕਿਉਂਕਿ ਉਹਨਾਂ ਦੇ ਕੰਠ ਵਿੱਚ ਹਿਰਦੇ ਵਿੱਚ ਮਾਲਕ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ। ਇਸ ਕਰਕੇ ਉਹਨਾਂ ਨੂੰ ਇਹ ਪਾਲਾ ਵੀ ਨਹੀਂ ਲੱਗਦਾ, ਤਪਸ਼ ਵੀ ਨਹੀਂ ਲੱਗਦੀ। ਪਰਮਾਤਮਾ ਨਾਲ ਮਿਲ ਕੇ ਦੁਨੀਆ ਦਾ ਨਿੱਘ ਮਾਣਦੇ ਆ।
ਪਦਾਰਥ ਨੂੰ ਭੋਗਦਿਆ ਸਫਲ ਹੋ ਜਾਂਦਾ ਹੈ। ਮਨ ਵੇਧਿਆ ਚਰਨਾਰ ਬਿੰਦ ਦਰਸ਼ਨ ਲੱਗੜਾ ਸਾਹ। ਉਹਨਾਂ ਦਾ ਮਨ ਵਿੰਨਿਆ ਹੋਇਆ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ। ਮਨ ਜਿਵੇਂ ਸਾਡਾ ਮਨ ਭਟਕਦਾ ਹੈ ਤਾਂ ਗੁਰਸਿੱਖ ਦਾ ਮਨ ਜਿਹੜਾ ਉਹ ਟਿਕਦਾ ਹੈ ਗੁਰੂ ਦੇ ਚਰਨਾਂ ਵਿੱਚ, ਗੁਰੂ ਦੇ ਸ਼ਬਦਾਂ ਦੇ ਵਿੱਚ, ਗੁਰੂ ਦੇ ਗਿਆਨ ਦੇ ਵਿੱਚ ਮਨ ਸਥਿਰ ਹੋ ਗਿਆ। ਮਨ ਵੇਧਿਆ ਵਿੰਨਿਆ ਹੋਇਆ ਹੈ, ਵਿੰਨਿਆ ਗਿਆ ਹੈ ਚਰਨਾਰ ਬਿੰਦ ਗੁਰੂ ਦੇ ਚਰਨਾਂ ਦੇ ਵਿੱਚ ਦਰਸ਼ਨ ਲੱਗੜਾ ਸਾਹ। ਤੋ ਸਾਹ ਦਾ ਅਰਥ ਜਿਵੇਂ ਸਾਹ ਸਵਾਸ ਚੱਲ ਰਹੇ ਆ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿ ਹੁਣ ਮਹਾਰਾਜ ਅਸੀਂ ਜੀਵਦੇ ਹੀ ਤਾਂ ਹੈ ਜੇ ਆਪ ਦਾ ਦਰਸ਼ਨ ਕਰ ਲੈਂਦੇ ਹਾਂ। ਤੇ ਜੇ ਆਪ ਜੀ ਦਾ ਗਿਆਨ ਸਾਡੇ ਕੋਲ ਹੈ ਤਾਂ ਅਸੀਂ ਜੀ ਰਹੇ ਹਾਂ, ਜੇ ਗੁਰੂ ਦਾ ਗਿਆਨ ਸਾਡੇ ਜੀਵਨ ਵਿੱਚ ਨਹੀਂ ਤਾਂ ਫਿਰ ਅਸੀਂ ਜੀਵਤ ਕਿੱਥੇ ਹਾਂ। ਤੇ ਸਾਹਿਬ ਨੇ ਕਿਹਾ ਨਾ ਵੀ ਇੰਨਾ ਪਿਆਰ ਬਣ ਗਿਆ, ਐਸਾ ਵਿੰਨਿਆ ਗਿਆ ਹੈ ਮਹਾਰਾਜ ਦੇ ਚਰਨਾਂ ਦੇ ਵਿੱਚ, ਗੁਰੂ ਦੇ ਗਿਆਨ ਵਿੱਚ ਐਸਾ ਪਤੀਜ ਗਿਆ ਹੈ, ਪਰਮੇਸ਼ਰ ਦਾ ਐਸਾ ਪ੍ਰੇਮ ਨਾਲ ਵੱਝ ਗਿਆ ਹੈ ਮਨ, ਕਿ ਉਹ ਹੁਣ ਆਖਦਾ ਹੈ ਕਿ ਆਖਾ ਜੀਵਾ ਵਿਸਰੈ ਮਰ ਜਾਉ। ਜੇ ਮੈਂ ਆਖਦਾ ਹੈ ਤਾਂ ਮੈਂ ਜਿਉਂਦਾ, ਜੇ ਮੈਂ ਵਿਸਰ ਜਾਂਦਾ ਹੈ ਤਾਂ ਮੈਂ ਮਰ ਜਾਂਦਾ। ਚਿੱਤ ਆਉਂਦਾ ਹੈ ਤਾਂ ਜੀਵਨ ਹੈ, ਜੇ ਚਿੱਤ ਤੋਂ ਵਿਸਰਦਾ ਹੈ ਤਾਂ ਮੌਤ ਹੈ। ਇਸ ਤਰ੍ਹਾਂ ਵਿੰਨਿਆ ਗਿਆ ਗੁਰੂ ਮਹਾਰਾਜ ਦੇ ਚਰਨਾਂ ਵਿੱਚ। ਤੋ ਮਨ ਵੇਧਿਆ ਚਰਨਾਰ ਬਿਨ ਦਰਸ਼ਨ ਲੱਗੜਾ ਸਾਹ। ਕਹਿੰਦੇ ਹੁਣ ਆਪ ਦਾ ਦਰਸ਼ਨ ਹੀ ਮੇਰਾ ਜੀਵਨ ਹੈ, ਆਪ ਦਾ ਦੀਦਾਰ ਹੀ ਮੇਰਾ ਜੀਵਨ ਹੈ। ਰਾਏ ਬੁਲਾਰ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਅਨੰਨ ਸ਼ਰਧਾਲੂ ਸਿੱਖ। ਸਾਹਿਬ ਸਤਿਗੁਰੂ ਮਹਾਰਾਜ ਜੀ ਨੂੰ ਬੁਲਾਵਾ ਦੇ ਕੇ, ਸੱਦਾ ਦੇ ਕੇ ਭੇਜਿਆ। ਫਿਰ ਤਲਵੰਡੀ ਸੱਦਿਆ, ਅਮਨਾਬਾਦ ਤੋਂ ਮਹਾਰਾਜ ਤਲਵੰਡੀ ਆਏ। ਸਤਿਗੁਰੂ ਨੂੰ ਕਿਹੜੀ ਗੱਲ ਕਹੀ ਉਹਨਾਂ ਨੇ? ਮਹਾਰਾਜ ਮੈਨੂੰ ਦਰਸ਼ਨਾਂ ਦੀ ਪਿਆਸ ਸੀਗੀ, ਮੈਂ ਦਰਸ਼ਨ ਕਰਨਾ ਚਾਹੁੰਦਾ, ਤ੍ਰਿਪਤ ਹੋਣਾ ਚਾਹੁੰਦਾ। ਤੇ ਕਵੀ ਸੰਤੋਖ ਸਿੰਘ ਚੂੜਾਮਣੀ ਨੇ ਲਿਖਿਆ ਇਸ ਤਰ੍ਹਾਂ, ਉਹ ਕਹਿੰਦੇ ਵੀ ਫਿਰ ਮਹਾਰਾਜ ਦੇ ਲੰਗਰ ਛਕਾਉਣ ਦਾ ਕੀਤਾ ਪ੍ਰਬੰਧ। ਰਾਏ ਬੁਲਾਰ ਜੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਪ੍ਰਸ਼ਾਦਾ ਛਕਾਉਣ ਦਾ, ਲੰਗਰ ਛਕਾਉਣ ਦਾ ਪ੍ਰਬੰਧ ਕੀਤਾ ਤੇ ਆਪਣੇ ਸਨਮੁਖ ਬਿਠਾ ਲਿਆ। ਜਦੋਂ ਸਨਮੁਖ ਬਿਠਾ ਲਿਆ ਤੇ ਜਿਉਂ ਮਹਾਰਾਜ ਗਰਾਹੀਆਂ ਪਾਉਂਦੇ ਆ ਮੁੱਖ ਦੇ ਵਿੱਚ, ਰਾਏ ਬੁਲਾਰ ਜੀ ਸਾਹਮਣੇ ਬੈਠੇ ਹੋਏ ਉਹਨਾਂ ਵੱਲ ਇਉਂ ਨਿਹਾਰ ਰਹੇ ਨੇ ਜਿਵੇਂ ਚਕੋਰ ਚੰਨ ਨੂੰ ਨਿਹਾਰਦੀ ਹੈ। ਤੇ ਜਿਉਂ-ਜਿਉਂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਦੇਖ ਰਹੇ ਆ ਤਿਉਂ-ਤਿਉਂ ਖਿੜਦੇ ਜਾ ਰਹੇ ਆ। ਅਸਲ ਦਰਸ਼ਨ ਤਾਂ ਇਹੀ ਹੈ, ਜਦ ਬਾਣੀ ਦਾ ਗਿਆਨ ਹਿਰਦੇ ਵਿੱਚ ਆ ਜਾਏ, ਸਮਝ ਆਏ ਸਤਿਗੁਰੂ ਦੇ ਸ਼ਬਦ ਦੀ, ਤਾਂ ਫਿਰ ਦਰਸ਼ਨ ਸਫਲ ਹੁੰਦਾ। ਫਿਰ ਉਹ ਖੇੜਾ ਆਉਂਦਾ ਜੀਵਨ ਦੇ ਵਿੱਚ, ਖਿੜਦਾ ਜੀਵ। ਤੋ ਕਹਿੰਦੇ ਵੀ ਸਾਡੇ ਲਈ ਤਾਂ ਮਹਾਰਾਜ ਆਪ ਜੀ ਦਾ ਦਰਸ਼ਨ ਜਿਹੜਾ ਹੈ ਇਹੀ ਸਭ ਕੁਝ ਹੈ। ਆਪ ਦੇ ਦਰਸ਼ਨਾਂ ਦੇ ਨਾਲ ਅਸੀਂ ਜੀ ਰਹੇ ਹਾਂ। ਦਰਸ਼ਨ ਲੱਗੜਾ ਸਾਹ। ਓਟ ਗੋਬਿੰਦ ਗੋਪਾਲ ਰਾਏ ਸੇਵਾ ਸੁਆਮੀ ਲਾ। ਤੋ ਹੇ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਜੀ, ਸਾਨੂੰ ਆਪ ਜੀ ਦਾ ਹੀ ਆਸਰਾ ਹੈ, ਆਪ ਜੀ ਦਾ ਹੀ ਆਸਰਾ ਹੈ, ਆਪ ਦੀ ਟੇਕ ਹੈ, ਆਪ ਜੀ ਦੀ ਓਟ ਹੈ। ਆਪ ਜੀ ਦੀ ਓਟ ਦੇ ਅਨੁਸਾਰ ਹੀ ਜੀ ਰਹੇ ਹਾਂ, ਆਪ ਦੇ ਆਸਰੇ ਤੇ ਜੀ ਰਹੇ ਹਾਂ। ਗੁਰਸਿੱਖ ਕਦੇ ਵੀ ਨਹੀਂ ਕਹਿੰਦਾ ਕਿ ਮੈਂ ਕਰਦਾ, ਉਹ ਕਹਿੰਦਾ ਮੈਂ ਤਾਂ ਰੱਬ ਦੇ ਆਸਰੇ ਜੀਂਦਾ, ਗੁਰੂ ਦੇ ਆਸਰੇ ਜੀਂਦਾ। ਜੀਵਨ ਦਾ ਹਰ ਕਰਮ ਗੁਰੂ ਦਾ ਆਸਰਾ ਲੈ ਕੇ ਕਰਦਾ ਹੈ, ਪਰਮੇਸ਼ਰ ਦੀ ਓਟ ਲੈ ਕੇ ਕਰਦਾ ਹੈ, ਪਰਮੇਸ਼ਰ ਦੀ ਟੇਕ ਦੇ ਆਧਾਰ ਤੇ ਉਹ ਆਪਣੇ ਜੀਵਨ ਨੂੰ ਜਿਉਂਦਾ। ਤੋ ਕਹਿੰਦੇ ਓਟ ਗੋਬਿੰਦ ਗੋਪਾਲ ਰਾਏ ਸੇਵਾ ਸੁਆਮੀ ਲਾ। ਮਹਾਰਾਜ ਸਾਨੂੰ ਆਪਣੀ ਸੇਵਾ ਵਿੱਚ ਲਾਇਆ, ਪਰਮੇਸ਼ਰ ਨੇ ਕਿਰਪਾ ਕੀਤੀ, ਉਹਨਾਂ ਨੇ ਸੇਵਾ ਦੇ ਵਿੱਚ ਲਾ ਦਿੱਤਾ ਹੈ। ਇੱਥੇ ਸਮਝਣਾ ਹੈ ਕਿ ਜੇ ਤੇ ਮਹਾਰਾਜ ਕਹਿ ਦਿੰਦੇ ਆ ਕਿ ਸਭ ਕੁਝ ਪ੍ਰਮਾਤਮਾ ਪਰਮੇਸ਼ਰ ਕਰਦਾ ਹੈ, ਤਾਂ ਮਨੁੱਖ ਆਲਸੀ ਬਣ ਜਾਂਦਾ। ਆਲਸੀ ਕਿਸ ਤਰ੍ਹਾਂ ਦਾ? ਉਹ ਕਹਿੰਦਾ ਹੈ ਕਿ ਰੱਬ ਨੇ ਸਭ ਕੁਝ ਕਰਨਾ ਤੇ ਫਿਰ ਮੈਨੂੰ ਕਰਨ ਦੀ ਕੀ ਜ਼ਰੂਰਤ ਹੈ, ਇਹ ਆਲਸ ਹੈ। ਫਿਰ ਉਹ ਦੂਜੀ ਗੱਲ ਭੁੱਲ ਜਾਂਦਾ ਹੈ ਵੀ ਜਿੰਨੀ ਨਾਮ ਤੇ ਆਇਆ ਗਏ ਮਸ਼ੱਕਤ ਕਾਲ, ਮਸ਼ੱਕਤ ਤਿਆਗ ਦਿੰਦਾ ਹੈ। ਜੇ ਮਸ਼ੱਕਤ ਤਿਆਗ ਦਿੰਦਾ ਹੈ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਇਹਦਾ ਉਦਮ ਵਾਲਾ ਪੱਖ ਚਲੇ ਜਾਏਗਾ, ਖਤਮ ਹੋ ਜਾਏਗਾ। ਉਦਮ ਕਿਵੇਂ ਕਰੇਗਾ? ਇਸ ਕਰਕੇ ਬੜਾ ਸੋਹਣਾ ਜਿਹਾ ਪੱਖ ਸਾਨੂੰ ਸਮਝਾ ਦਿੱਤਾ ਹੈ ਕਿ ਪ੍ਰਮਾਤਮਾ ਵਾਹਿਗੁਰੂ ਦੇ ਨਾਮ ਦੀ ਮਿਹਨਤ ਕਰਨੀ ਪੈਂਦੀ ਹੈ, ਮਸ਼ੱਕਤ ਕਰਨੀ ਪੈਂਦੀ ਹੈ। ਮਸ਼ੱਕਤ ਕਰਕੇ ਕਹੋ ਵੀ ਮਹਾਰਾਜ ਤੁਹਾਡੀ ਰਹਿਮਤ ਨਾਲ ਹੋ ਗਿਆ, ਉਹਦਾ ਮਾਣ ਨਹੀਂ ਕਰਨਾ, ਮਸ਼ੱਕਤ ਦਾ ਮਾਣ ਨਹੀਂ ਹੈ। ਮਿਹਨਤ ਕਰਕੇ ਮਹਾਰਾਜ ਕਹਿੰਦੇ ਜੋ ਮਿਲਦਾ ਉਹਨੂੰ ਕਹੋ ਵੀ ਵਾਹਿਗੁਰੂ ਆਪ ਜੀ ਦੀ ਕਿਰਪਾ ਹੈ। ਓਟ ਗੋਬਿੰਦ ਗੋਪਾਲ ਰਾਏ ਸੇਵਾ ਸੁਆਮੀ ਲਾ। ਵਿਖਿਆ ਪੂ ਨਾ ਸਕੇ ਮਿਲ ਸਾਧੂ ਗੁਣ ਗਾ। ਤੋ ਜਿਹੜਾ ਗੁਰੂ ਦੇ ਸ਼ਰਨ ਪੈਂਦਾ, ਗੁਰੂ ਨਾਲ ਜੁੜਦਾ ਹੈ, ਵਾਹਿਗੁਰੂ ਦੇ ਨਾਮ ਨਾਲ ਜੁੜ ਗਿਆ, ਤੋ ਸਾਹਿਬ ਕਹਿੰਦੇ ਕਿ ਵਿਖਿਆ ਉਹਨੂੰ ਸੰਸਾਰ ਦੀਆਂ ਵਾਸ਼ਨਾਵਾਂ, ਉਹਨੂੰ ਸੰਸਾਰ ਦੇ ਬੰਧਨ, ਕੋਈ ਵੀ ਵਾਸ਼ਨਾ ਦਾ ਬੰਧਨ ਉਹਦੇ ਜੀਵਨ ਵਿੱਚ ਨਹੀਂ, ਕੋਈ ਜਕੜ ਮਾਇਆ ਦੇ ਮੋਹ ਦੀ ਉਹਦੇ ਜੀਵਨ ਵਿੱਚ ਨਹੀਂ ਰਹਿੰਦੀ। ਉਹ ਗੁਰੂ ਨੂੰ ਮਿਲ ਕੇ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦਾ ਹੈ। ਇੱਥੇ ਗਾ ਦਾ ਅਰਥ
ਜ਼ੁਬਾਨੋਂ ਗਾਉਣ ਦਾ ਨਹੀਂ ਹੈ। ਗਾ ਕਿਸਾਨ ਪਾਇਆ ਕਰਦੇ ਆ। ਪੰਜਾਬੀ ਦਾ ਲਫ਼ਜ਼ ਹੈ, ਠੇਠ ਪੰਜਾਬੀ ਸਾਡੇ ਆਮ ਪਿੰਡਾਂ ਵਿੱਚ ਵਰਤਦੇ ਆ ਵੀ ਗਾਹ ਪਾਉਣਾ। ਤੇ ਗਾਹ ਕਦੋਂ ਪੈਂਦਾ ਹੈ? ਜਦੋਂ ਫਸਲ ਨੂੰ ਸਿੱਟੇ ਪੈ ਜਾਂਦੇ ਆ, ਸਿੱਟਿਆਂ ਚੋਂ ਦਾਣੇ ਅਲੱਗ ਕਰਨੇ ਹੋਣ ਤਾਂ ਗਾਹ ਪਾਇਆ ਜਾਂਦਾ ਹੈ। ਗੁਰੂ ਦੇ ਗੁਣਾਂ ਦੀ ਵਿਚਾਰ, ਪਰਮੇਸ਼ਰ ਦੇ ਗੁਣਾਂ ਦੀ ਵਿਚਾਰ, ਉਹਨੂੰ ਕਿਹਾ ਹੈ ਕਿ ਉਹ ਗੁਰੂ ਦੇ ਗੁਣਾਂ ਦੀ ਵਿਚਾਰ ਕਰੋ, ਪਰਮੇਸ਼ਰ ਦੇ ਗੁਣਾਂ ਨੂੰ ਵਿਚਾਰੋ, ਡੂੰਘਾਈ ਵਿੱਚ ਜਾਓ ਗੁਰੂ ਦੀ ਬਾਣੀ ਦੇ, ਗੁਰੂ ਦੇ ਵਿਚਾਰਾਂ ਦੇ, ਪਰਮੇਸ਼ਰ ਦੀ ਵਡਿਆਈ ਦੇ, ਉਹਦੇ ਜੋ ਸਿਫਤ ਸਲਾਹ ਨੇ, ਉਹਦੇ ਜੋ ਗੁਣ ਨੇ, ਜੋ ਉਹਦੀਆਂ ਵਡਿਆਈਆਂ ਨੇ, ਉਹਨਾਂ ਨੂੰ ਗਹਿਰਾਈ ਵਿੱਚ ਜਾ ਕੇ ਸਮਝੋ। ਫਿਰ ਦੇਖੋ ਕਿੰਨੀ ਬਰਕਤ ਹੈ। ਤਾਂ ਜਦੋਂ ਸਿੱਟੇ ਚੋਂ ਦਾਣੇ ਵੱਖ ਕਰਨੇ ਹੋਣ ਤਾਂ ਗਾਹ ਪਾਉਂਦਾ ਹੈ ਕਿਸਾਨ। ਜਦੋਂ ਜੀਵਨ ਦੇ ਵਿੱਚ ਗੁਣਾਂ ਨੂੰ ਭਰਪੂਰ ਕਰਨਾ ਹੋਏ ਆਪਣੇ ਜੀਵਨ ਨੂੰ, ਤਾਂ ਫਿਰ ਸਿੱਖ ਗੁਰੂ ਦੀ ਬਾਣੀ ਦੀ ਵਿਚਾਰ ਕਰੇ, ਪਰਮੇਸ਼ਰ ਦੇ ਗੁਣਾਂ ਦੀ ਵਿਚਾਰ ਕਰੋ। ਤਾਂ ਮਹਾਰਾਜ ਕਹਿੰਦੇ ਵਿਖਿਆ ਪੋ ਨਾ ਸਕੇ। ਫਿਰ ਜਦੋਂ ਗੁਣਾਂ ਦੀ ਵਿਚਾਰ ਕਰੇਗਾ ਤਾਂ ਦੁਨੀਆ ਦੀ ਕੋਈ ਵਾਸ਼ਨਾ ਜਿਹੜੀ ਹੈ ਉਹਦੇ ਜੀਵਨ ਨੂੰ ਨਹੀਂ ਬਣ ਸਕਦੀ। ਉੱਥੇ ਕੋਈ ਵਾਸ਼ਨਾ ਦਾ ਫੁਰਨਾ, ਕੋਈ ਮਾੜੀ ਵਿਚਾਰ, ਕੋਈ ਗੁਰਮਤਿ ਤੋਂ ਉਲਟ ਵਿਚਾਰ ਜੀਵਨ ਵਿੱਚ ਨਹੀਂ ਆ ਸਕਦਾ। ਕਿਉਂਕਿ ਗੁਰਬਾਣੀ, ਗੁਰੂ ਦਾ ਗਿਆਨ, ਪਰਮੇਸ਼ਰ ਦਾ ਗਿਆਨ ਉਹਨੇ ਵਿਚਾਰ ਕੀਤਾ ਹੋਇਆ। ਉਹਨੇ ਸਿੱਟੇ ਦੇ ਵਿੱਚੋਂ ਦਾਣੇ ਵੱਖਰੇ ਕਰ ਦਿੱਤੇ ਆ, ਜੀਵਨ ਨੂੰ ਭਰਪੂਰ ਕਰ ਲਿਆ ਗੁਣਾਂ ਦੇ ਨਾਲ। ਵਿਚਾਰ ਕੀਤਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ, ਪਰਮੇਸ਼ਰ ਦੀਆਂ ਵਡਿਆਈਆਂ ਵਿੱਚੋਂ। ਇਸ ਕਰਕੇ ਬਾਕੀ ਸਾਰੇ ਫੁਰਨੇ ਜਿਹੜੇ ਆ ਗੁਰਮਤਿ ਤੋਂ ਉਲਟ ਉਹਨੇ ਆਪਣੇ ਜੀਵਨ ਦੇ ਖਤਮ ਕਰ ਦਿੱਤੇ ਆ। ਉਹਦੇ ਲਾਗੇ ਨੇੜੇ ਤੇੜੇ ਵੀ ਜੀਵਨ ਦੇ ਨਹੀਂ ਆਉਂਦਾ ਕੋਈ। ਵਿਖਿਆ ਪੋ ਨਾ ਸਕਈ ਮਿਲ ਸਾਧੂ ਗੁਣ ਗਾ, ਜਹ ਤੇ ਉਪਜੇ ਤਹ ਮਿਲੀ ਸੱਚੇ ਪ੍ਰੀਤ ਸਮਾ। ਜਿਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਦੇ ਨਾਲ ਇਹ ਜੀਵਾਤਮਾ, ਕਹੋ ਕਬੀਰ ਹੈ ਰਾਮ ਕੀ ਅੰਸ਼, ਜਿੱਥੋਂ ਇਹ ਆਈ ਹੈ, ਜੋ ਇਹਦਾ ਅਸਲਾ ਹੈ ਪਰਮਾਤਮਾ, ਇਹ ਉੱਥੇ ਹੀ ਮਿਲ ਗਈ ਹੈ ਵਾਪਸ। ਜਹ ਤੇ ਉਪਜੀ ਤਹ ਮਿਲੀ। ਜਿੱਥੋਂ ਇਹ ਆਤਮਾ ਦਾ, ਜੀਵਾਤਮਾ ਦਾ ਆਉਣਾ ਹੋਇਆ ਹੈ, ਜਿਸ ਪਰਮੇਸ਼ਰ ਤੋਂ ਇਹਦੀ ਹੋਂਦ ਬਣੀ ਹੈ, ਇਹਦੀ ਆਮਦ ਹੋਈ ਹੈ ਸੰਸਾਰ ਦੇ ਵਿੱਚ, ਜਿਹਨੂੰ ਮਹਾਰਾਜ ਜੀ ਨੇ ਬਾਣੀ ਵਿੱਚ ਕਿਹਾ ਹੈ ਕਿ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਉਹ ਪ੍ਰਮਾਤਮਾ ਨੇ ਸਰੀਰ ਗੁਫਾ ਦੇ ਵਿੱਚ ਜੀਓ ਜਿੰਦ ਆਤਮਾ ਨੂੰ ਪਾ ਕੇ ਜੀਵਾਤਮਾ ਨੂੰ ਰੱਖ ਕੇ ਸਵਾਸਿਆਂ ਦਾ ਜੋ ਵਾਜਾ ਵਜਾ ਦਿੱਤਾ ਹੈ। ਜਦ ਇਹ ਸਰੀਰ ਤੇ ਜਿੰਦ ਮੁਕੰਮਲ ਮਨੁੱਖ ਇਹ ਗੁਰੂ ਦੇ ਗਿਆਨ ਵਿੱਚ ਆਪਣੇ ਜੀਵਨ ਨੂੰ ਜਿਉਂਦਾ ਹੈ, ਗੁਰੂ ਦੇ ਸ਼ਬਦ ਦੀ ਰੌਸ਼ਨੀ ਵਿੱਚ ਜੀਵਨ ਜਿਉਂਦਾ ਹੈ, ਤਾਂ ਜੀਵਾਤਮਾ ਜਿੰਦ ਜਿੱਥੋਂ ਆਈ ਹੈ ਮੁੜ ਉੱਥੇ ਸਮਾ ਜਾਂਦੀ ਹੈ। ਜਿਹ ਤੇ ਉਪਜੀ ਤਹ ਮਿਲੀ ਸੱਚੀ ਪ੍ਰੀਤ ਸਮਾ। ਇਹ ਸੱਚੀ ਪ੍ਰੀਤ ਹੈ, ਇਹ ਸੱਚਾ ਪਿਆਰ ਹੈ, ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਹੈ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕੈ ਸਾਧ ਕੁਰਬਾਨ। ਉਹ ਆਵਾਗਾਉਣ ਦਾ ਜੋ ਜੀਵਨ ਦੇ ਮਨ ਦੇ ਜੋ ਫੁਰਨੇ ਹੈ, ਜੋ ਭਟਕਣਾ ਹੈ ਮਨ ਦੀ, ਸੰਸੇ ਨੇ ਮਨ ਦੇ, ਉਹ ਸਭ ਮਿਟ ਗਏ। ਜੋਤ ਮਿਲੀ ਸੰਗ ਜੋਤ ਰਹਿਆ ਘਾਲਦਾ। ਉਹਦੀ ਜੋਤ ਪਰਮ ਜੋਤ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਲੀਨ, ਸੁਰਤ ਗੁਰੂ ਦੇ ਚਰਨਾਂ ਵਿੱਚ ਜੁੜ ਗਈ। ਗੁਰੂ ਦੇ ਸ਼ਬਦ ਵਿੱਚ ਉਹਨੇ ਆਪਣੇ ਆਪ ਨੂੰ ਬੰਧਨਾਂ ਤੋਂ ਮੁਕਤ ਕਰ ਲਿਆ ਹੈ। ਇਸ ਕਰਕੇ ਮਹਾਰਾਜ ਕਹਿੰਦੇ ਉਹਦੀ ਸੱਚੀ ਪ੍ਰੀਤ ਸਫਲ ਹੋਈ। ਉਹ ਜਿੱਥੋਂ ਜੀਵਾਤਮਾ ਆਈ ਉਹ ਉਸੇ ਦੇ ਵਿੱਚ, ਅਸਲੇ ਦੇ ਵਿੱਚ, ਪਰਮੇਸ਼ਰ ਦੇ ਵਿੱਚ ਸਮਾ ਗਈ। ਕਰ ਗਏ ਲੀਨੀ ਪਾਰ ਬ੍ਰਹਮ ਬਾਹੁੜ ਨਾ ਵਿਛੜੀਆ। ਇੱਥੇ ਬੜੇ ਪਿਆਰਾ ਜਿਹਾ ਮਹਾਰਾਜ ਨੇ ਸਮਝਾਇਆ, ਕਰ ਗਏ ਲੀਨੀ ਪਾਰ ਬ੍ਰਹਮ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਗੁਰਬਾਣੀ ਅੰਦਰ ਬਹੁਤ ਦਫਾ ਤੁਸੀਂ ਜਦੋਂ ਵੀ ਗੱਲ ਆਏਗੀ ਪਰਮਾਤਮਾ ਦੇ ਨਾਲ ਜੁੜਨ ਦੀ, ਤਾਂ ਸਤਿਗੁਰੂ ਸਾਨੂੰ ਇੱਕ ਹੀ ਗੱਲ ਕਹਿਣਗੇ। ਉੱਥੇ ਇਹ ਨਹੀਂ ਕਹਿੰਦੇ ਕਿ ਮੈਂ ਮਹਾਰਾਜ ਦਾ ਲੜ ਪਕੜ ਲਿਆ, ਮੈਂ ਸਤਿਗੁਰੂ ਦੇ ਪੱਲੇ ਲੱਗ ਗਿਆ। ਉੱਥੇ ਜਦੋਂ ਸ਼ਰਨ ਪਏ ਦੀ ਗੱਲ ਆਉਂਦੀ ਆ, ਉਦੋਂ ਤਾਂ ਕਹਿੰਦੇ ਵੀ ਮੈਂ ਆਪਦੀ ਸ਼ਰਨ ਵਿੱਚ ਆ ਗਿਆ। ਪਰ ਜਦੋਂ ਸੰਸਾਰ ਤੋਂ ਤਰਨ ਦੀ ਗੱਲ ਆਉਂਦੀ ਹੈ ਤਾਂ ਉਦੋਂ ਇਹ ਨਹੀਂ ਕਹਿੰਦੇ ਵੀ ਮੈਂ ਫੜ ਕੇ ਤਰ ਗਿਆ, ਉਦੋਂ ਕਹਿੰਦੇ ਵੀ ਆਪ ਜੀ ਨੇ ਤਾਰ ਦਿੱਤਾ। ਦੋ ਗੱਲਾਂ ਹੁੰਦੀਆਂ ਨੇ, ਪੱਖ ਦੋ ਨੇ। ਜਦ ਭੀੜ ਦੇ ਇਲਾਕੇ ਵਿੱਚ, ਜਿੱਥੇ ਬਹੁਤ ਸਾਰਾ ਰਸ਼ ਹੋਏ, ਬਹੁਤ ਸਾਰੇ ਲੋਕ ਹੋਣ, ਉਸ ਇਲਾਕੇ ਵਿੱਚ ਜਾਣਾ ਹੋਏ, ਬੱਚਾ ਛੋਟਾ ਹੋਏ, ਪਿਤਾ ਦੇ ਨਾਲ ਲੈ ਕੇ ਜਾਣਾ ਹੈ, ਤੇ ਪਿਤਾ ਕਹਿੰਦਾ ਹੈ ਕਿ ਬੱਚੇ ਆਪਣੇ ਨੂੰ ਕਿ ਤੂੰ ਮੇਰੀ ਉਂਗਲ ਪਕੜ ਲੈ ਤਾਂ ਕਿਤੇ ਗਵਾਚ ਨਾ ਜਾਏ, ਰਸ਼ ਬਹੁਤ ਹੈ, ਬਹੁਤ ਸਾਰੀ ਪਬਲਿਕ ਹੈ, ਲੋਕ ਬਹੁਤ ਨੇ, ਤਾਂ ਮੇਰੀ ਉਂਗਲ ਪਕੜ ਲੈ ਤਾਂ ਚਲੇ ਜਾਏ। ਪਰ ਇਹ ਸਿਆਣਪ ਨਹੀਂ, ਇਹ ਸਿਆਣਪ ਨਹੀਂ। ਸਿਆਣਪ ਕਿਉਂ ਨਹੀਂ? ਕਿਉਂਕਿ ਬੱਚਾ ਜਦੋਂ ਉਂਗਲ ਪਕੜੇਗਾ ਪਿਤਾ ਦੀ, ਤਾਂ ਉਹਦੇ ਵਿੱਚ ਬੱਚੇ ਦੇ ਕੋਲ ਕਿੰਨੀ ਕੁ ਪਾਵਰ ਹੈ, ਕਿੰਨੀ ਕੁ ਪਕੜ ਮਜ਼ਬੂਤ ਹੈ ਜਿਹੜਾ ਉਹ ਪਕੜ ਸਕਦਾ ਹੈ।
ਉਹ ਤਾਂ ਜਰਾ ਜੇ ਠੋਕਰ ਵੱਜੇਗੀ, ਧੱਕਾ ਵੱਜੇਗਾ ਤਾਂ ਡਿੱਗ ਪਏਗਾ ਅੱਗੇ ਜਾ ਕੇ। ਜਦ ਬੱਚੇ ਨੂੰ ਉਹਦਾ ਪਿਤਾ ਕਹਿੰਦਾ ਕਿ ਮੇਰੀ ਉਂਗਲ ਪਕੜ ਲਿਆ, ਜਾਣਾ ਹੈ, ਤੇ ਇਹ ਬੱਚਾ ਉਂਗਲ ਤਾਂ ਪਕੜ ਲਈ, ਪਰ ਬੱਚੇ ਦੀ ਪਕੜ ਕਿੰਨੀ ਕੁ ਮਜ਼ਬੂਤ ਹੈ। 2 ਸਾਲ 2.5 ਸਾਲ 3 ਸਾਲ ਦਾ ਬੱਚਾ ਕਿੰਨੀ ਕੁ ਮਜ਼ਬੂਤੀ ਨਾਲ ਪਕੜ ਸਕਦਾ ਹੈ ਉਂਗਲ ਨੂੰ। ਜਰਾ ਜਿਹਾ ਧੱਕਾ ਪਏਗਾ ਜਾਂ ਆਪਣੇ ਜ਼ੋਰ ਨਾਲ ਜਾਏਗਾ ਤਾਂ ਉਂਗਲ ਛੁੱਟ ਜਾਏਗੀ, ਡਿੱਗੇਗਾ। ਸਿਆਣਾ ਪਿਤਾ ਜਿਹੜਾ ਹੁੰਦਾ ਉਹ ਇਹ ਨਹੀਂ ਕਹਿੰਦਾ ਉਂਗਲ ਪਕੜ ਲੈ, ਉਹ ਕਹਿੰਦਾ ਆਪਣੀ ਬਾਹ ਮੈਨੂੰ ਫੜਾ ਦੇ। 2 ਗੱਲਾਂ ਹੁੰਦੀਆਂ। ਉਹ ਉਂਗਲ ਨਹੀਂ ਪਕੜਾਉਂਦਾ ਬੱਚੇ ਨੂੰ, ਉਹ ਬੱਚੇ ਦੀ ਬਾਹ ਪਕੜਦਾ ਹੈ, ਕਿਉਂਕਿ ਉਹਦੀ ਮਜ਼ਬੂਤੀ ਜ਼ਿਆਦਾ ਹੈ। ਤੇ ਹੁਣ ਜਿੰਨੇ ਮਰਜ਼ੀ ਠੋਕਰ ਪੈ ਜਾਏ ਉਹ ਡਿੱਗ ਨਹੀਂ ਸਕਦਾ, ਗੁੰਮ ਨਹੀਂ ਹੋ ਸਕਦਾ, ਗਵਾਚ ਨਹੀਂ ਸਕਦਾ। ਉਹ ਦੁਨੀਆ ਦੀ ਭੀੜ ਭਾੜ ਦੇ ਵਿੱਚ ਨਹੀਂ ਛੁੱਟ ਸਕਦਾ ਇਕੱਲਾ, ਕਿਉਂਕਿ ਉਹਦੀ ਬਾਹ ਉਹਦੇ ਪਿਤਾ ਨੇ ਫੜ ਲਈ ਹੈ। ਜੇ ਉਹ ਆਪ ਫੜੇ ਉਂਗਲ ਪਿਤਾ ਦੀ ਤਾਂ ਇੱਕ ਮੌਕਾ ਸੰਭਾਵਨਾ ਹੈ ਇਸ ਗੱਲ ਦੀ ਵੀ ਕਿਤੇ ਇਹ ਨਾ ਹੋਏ ਵੀ ਠੋਕਰ ਪਈ ਤਾਂ ਉਂਗਲ ਹੀ ਛੁੱਟ ਜਾਏ। ਪਰ ਜਦੋਂ ਪ੍ਰਮਾਤਮਾ ਹੀ ਪਕੜ ਲੇਗਾ ਫਿਰ ਕਿਵੇਂ ਛੁੱਟੇਗਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਰ ਗਿਆ ਲੀਨੀ ਪਾਰ ਬ੍ਰਹਮ। ਮੈਂ ਪਕੜਦਾ ਤੇ ਮੈਂ ਛੱਡ ਵੀ ਮੇਰੇ ਕੋਲ ਛੁੱਟ ਜਾਣਾ ਸੀਗਾ ਲੜ ਪ੍ਰਮਾਤਮਾ ਦਾ, ਪਰ ਵਾਹਿਗੁਰੂ ਨੇ ਰਹਿਮਤ ਐਸੀ ਕੀਤੀ ਹੈ ਕਿ ਮੇਰੇ ਤੇ ਛੱਡਿਆ ਹੀ ਨਹੀਂ, ਉਹਨੇ ਫੜਿਆ ਹੀ ਆਪ ਹੈ। ਬਾਣੀ ਵਿੱਚ ਕਿਹਾ ਮਹਾਰਾਜ ਜੀ ਨੇ ਕਿ ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ, ਉਹਨੀਆਂ ਦੀਆਂ ਬਾਹਾਂ ਜਿਹੜੀਆਂ ਭੁਜਾਵਾਂ ਨੇ, ਬਾਹਾਂ ਪ੍ਰਮਾਤਮਾ ਦੀਆਂ, ਉਹ ਐਡੀਆਂ ਸ਼ਕਤੀਸ਼ਾਲੀ ਨੇ ਕਿ ਜਿਹਨੂੰ ਇੱਕ ਵਾਰ ਪਕੜ ਲੈਂਦੇ ਆ ਉਹਨੂੰ ਫਿਰ ਛੱਡਦੇ ਨਹੀਂ ਕਦੇ ਵੀ। ਭੁਜ ਬਲ ਵੀਰ ਬ੍ਰਹਮ ਸੁਖ ਸਾਗਰ, ਗਰਤ ਪਰਤ ਗਏ ਲੇਹੋ ਅੰਗੁਰੀਆ। ਇਹ ਮਹਾਰਾਜ ਸੱਚੇ ਪਾਤਸ਼ਾਹ ਮੈਂ ਸੰਸਾਰ ਦੀਆਂ ਵਾਸ਼ਨਾਵਾਂ ਦੇ ਵਿੱਚ ਗਰਕ ਹੁੰਦਾ ਜਾ ਰਿਹਾ, ਖਪਦਾ ਜਾ ਰਿਹਾ ਮੇਰਾ ਜੀਵਨ ਸੰਸਾਰ ਦੀਆਂ ਵਾਸ਼ਨਾਵਾਂ ਦੇ ਵਿੱਚ। ਤੂੰ ਰਹਿਮਤ ਕਰੋ ਮੇਰੇ ਤੇ ਕਿ ਮੈਨੂੰ ਆਪਣੀ ਬਾਹ ਪਕੜ ਕੇ, ਮੇਰੀ ਬਾਹ ਪਕੜ ਕੇ ਤਾਂ ਮੈਨੂੰ ਸੰਸਾਰ ਤੋਂ ਬਾਹਰ ਕੱਢ ਦਿਓ, ਸੰਸਾਰ ਦੀਆਂ ਵਾਸ਼ਨਾਵਾਂ ਤੋਂ ਬਚਾ ਲਓ। ਨਾਮਦੇਵ ਮਹਾਰਾਜ ਜੀ ਨੇ ਕਿਹਾ, ਕਹਿਣ ਲੱਗੇ ਅਨਲ ਬੇੜਾ ਹੋਂ ਖੇਵ ਨਾ ਸਾਕੋਂ, ਤੇਰਾ ਪਾਰ ਨਾ ਪਾਇਆ ਬੀਠਲਾ। ਇਹ ਜ਼ਿੰਦਗੀ ਦਾ ਬੇੜਾ, ਸੰਸਾਰ ਦੀਆਂ ਵਾਸ਼ਨਾਵਾਂ ਇੰਨੀਆਂ ਨੇ ਕਿ ਹਰ ਇੱਕ ਲਹਿਰ ਆਉਂਦੀ ਹੈ ਇਸ ਬੇੜੇ ਨੂੰ ਡਾਵਾਂਡੋਲ ਕਰ ਜਾਂਦੀ ਹੈ। ਮਹਾਰਾਜ ਕਿਵੇਂ ਬੇੜਾ ਪਾਰ ਲੰਘੇਗਾ। ਇਹ ਤਾਂ ਬੇੜੀ ਮੰਝ ਧਾਰ ਦੇ ਵਿੱਚ ਹੈ, ਸੰਸਾਰ ਸਮੁੰਦਰ ਦੇ ਵਿੱਚ ਜੀਵਨ ਚੱਲ ਰਿਹਾ ਹੈ, ਪਾਰ ਕਿਵੇਂ ਨਿਕਲਾਂਗਾ ਇਸ ਤੋਂ। ਤੋ ਮੈਂ ਆਪਣੀ ਕੋਸ਼ਿਸ਼ ਨਾਲ ਪਾਰ ਕਰਨ ਦਾ ਯਤਨ ਕਰਾਂ ਤਾਂ ਬਹੁਤ ਸਾਰੀਆਂ ਲਹਿਰਾਂ ਨੇ। ਅਨਲ ਬੇੜਾ ਹੋ ਖੇਵ ਨਾ ਸਾਕੋ, ਹੁਣ ਮੈਂ ਕਿੰਨੀ ਕੁ ਦੇਰ ਤੱਕ ਮਸ਼ੱਕਤ ਕਰਾਂ ਇਹਦੇ ਵਾਸਤੇ। ਤੋ ਇੱਕ ਕਿਰਪਾ ਕਰ ਦਿਓ ਕਿ ਮੈਂ ਤਰ ਨਹੀਂ ਸਕਦਾ, ਮੈਂ ਜਾਣ ਜਨ ਤਰ ਬਿਨਾ ਜਾਨੋ, ਮੇਰੇ ਬਸ ਦੀ ਗੱਲ ਨਹੀਂ, ਮੈਂ ਤਰ ਜਾਵਾਂ ਇਹਨਾਂ ਤੋਂ ਪਾਰ। ਮੋਕੋ ਬਾਹਾਂ ਦੇ ਬੀਠ ਲਾ। ਕਿਹਾ ਮੈਨੂੰ ਤੂੰ ਆਪਣੀ ਬਾਹ, ਮੇਰੀ ਬਾਹ ਪਕੜ ਲੈ, ਤੂੰ ਆਪਣਾ ਆਸਰਾ ਦੇ ਦੇ। ਜਦ ਤੂੰ ਆਪਣੀ ਬਾਹ ਦੇ ਦੇਗਾ, ਤੇਰੀ ਬਾਹ ਮੈਂ ਪਕੜ ਲੈ, ਤੂੰ ਮੇਰੀ ਬਾਹ ਨੂੰ ਪਕੜੇਗਾ, ਮੈਨੂੰ ਪਕੜ ਕੇ ਤਾਂ ਸੰਸਾਰ ਦੀਆਂ ਸਾਗਰਾਂ, ਸੰਸਾਰ ਸਾਗਰ ਦੀਆਂ ਲਹਿਰਾਂ ਤੋਂ ਬਾਹਰ ਕੱਢ ਦੇਗਾ। ਤਾਂ ਬੜਾ ਪਿਆਰਾ ਮਹਾਰਾਜ ਜੀ ਨੇ ਜ਼ਿਕਰ ਕੀਤਾ ਹੈ ਕਿ ਕਰ ਗਿਆ ਲੀਨੀ ਪਾਰ ਬ੍ਰਹਮ। ਜਿਨ੍ਹਾਂ ਨੂੰ ਬਾਹ ਗੁਰੂ ਨੇ ਪਕੜ ਲਈ, ਜੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ, ਗੁਰੂ ਤੇਗ ਬਹਾਦਰ ਸਾਹਿਬ ਬਾਰੇ ਪ੍ਰਸੰਗ ਹੈ, ਤੇਗ ਬਹਾਦਰ ਬੋਲਿਆ ਧਰ ਪਈਐ ਧਰਮ ਨਾ ਛੋੜੀਐ, ਬਾਹੇ ਜਿਨ੍ਹਾਂ ਦੀ ਪਕੜੀਐ ਸਿਰ ਦੀਜੈ ਬਾਹੇ ਨਾ ਛੋੜੀਐ। ਜਿਨ੍ਹਾਂ ਦੀ ਬਾਹ ਫੜ ਲਈ ਗੁਰੂ ਨੇ, ਬਾਹ ਨਹੀਂ ਛੱਡੀ ਕਦੇ ਵੀ। ਤੋ ਆਪਾਂ ਤਾਂ ਗੁਰੂ ਮਹਾਰਾਜ ਨੂੰ ਇਹ ਬੇਨਤੀ ਕਰਦੇ, ਜਿਵੇਂ ਰੋਜ਼ ਪੜ੍ਹਦੇ ਆ ਮਹਾਰਾਜ ਦੀ ਬਾਣੀ ਵਿੱਚੋਂ, ਰਹਿ ਰਾਸਾ ਵਿੱਚ ਸਗਲ ਦਵਾਰ ਕੋ ਛਾੜ ਕੇ ਗਏ ਤੁਹਾਰੋ ਦਵਾਰ, ਬਾਹ ਗਏ ਕੀ ਲਾਜ ਆਸ। ਜਿਹੜੀ ਤੁਸੀਂ ਸਾਡੀ ਬਾਹ ਫੜੀ ਹੈ, ਇਸੇ ਦੀ ਪੈਜ ਰੱਖ ਲਓ, ਬਸ ਇਸੇ ਦੀ ਇੱਜ਼ਤ ਰੱਖ ਲਓ। ਬਾਹ ਗਏ ਕੀ ਲਾਜ ਆਸ ਗੋਬਿੰਦ ਦਾਸ ਤੁਹਾਰ। ਇਹ ਰਹਿਮਤ ਕਰਦੇ ਹੋ ਜੇ ਸਾਡੀ ਬਾਹ ਪਕੜ ਲਓਗੇ। ਜਿਹਦੀ ਬਾਹ ਪ੍ਰਮਾਤਮਾ ਫੜ ਲਏ, ਬਾਹੜ ਨਾ ਵਿਛੜੀਆ। ਦੁਨੀਆ ਦੀਆਂ ਜਿੰਨੇ ਮਰਜ਼ੀ ਵਾਸ਼ਨਾਵਾਂ ਦੇ ਝੱਖੜ ਝੁੱਲ ਜਾਣ, ਉਹਦੀ ਬਾਹ ਨਹੀਂ ਛੁੱਟ ਸਕਦੀ ਕਦੇ ਵੀ। ਜਿੱਥੇ ਮਰਜ਼ੀ ਚਲੇ ਜਾਏ, ਜਿੰਨਾ ਮਰਜ਼ੀ ਕੋਈ ਦੁਨੀਆ ਕਹੇ ਜੀ ਕਲਯੁਗ ਆ ਗਿਆ ਜੀ, ਵਾਸ਼ਨਾ ਆ ਗਈ, ਫਲਾਣਾ ਹੋ ਗਿਆ, ਉਹ ਕੋਈ ਉਹਦੇ ਤੇ ਪ੍ਰਭਾਵ ਨਹੀਂ ਪੈਂਦਾ, ਕਿਉਂਕਿ ਉਹਦੀ ਬਾਹ ਪ੍ਰਮਾਤਮਾ ਨੇ ਪਕੜ ਲਈ ਹੈ ਤੇ ਉਹ ਕਦੇ ਛੱਡਦਾ ਨਹੀਂ। ਸਮਰੱਥ ਐਡਾ, ਉਹ ਐਡਾ ਬਲਬੀਰ ਹੈ ਪ੍ਰਮਾਤਮਾ, ਉਹਦੀਆਂ ਭੁਜਾਵਾਂ ਵਿੱਚ ਇੰਨੀ ਤਾਕਤ ਹੈ, ਐਡਾ ਸ਼ਕਤੀਮਾਨ ਹੈ ਕਿ ਜਿਹਦੀ ਬਾਹ ਪਕੜ ਲੈਂਦਾ ਉਹਨੂੰ ਛੱਡਦਾ ਕਦੇ ਨਹੀਂ। ਤਾਂ ਗਰੀਬ ਨਵਾਜ ਕਹਿੰਦੇ ਕਰ ਗਿਆ ਲੀਨੀ ਪਾਰ ਬ੍ਰਹਮ, ਬਾਹੜ ਨਾ ਵਿਛੜੀਆਂ, ਬਾਹਰ ਜਾਓ ਲੱਖ ਬੇਰੀਆਂ, ਹਰ ਸੱਜਣ ਅਗਾ ਮੈਂ ਅਗਾ। ਇਹੋ ਜਿਹੇ ਸੱਜਣ, ਇਹੋ ਜਿਹੇ ਮਿੱਤਰ ਅਕਾਲ ਪੁਰਖ ਵਾਹਿਗੁਰੂ ਤੋਂ ਮਹਾਰਾਜ ਕਹਿੰਦੇ ਮੈਂ ਬਲਿਹਾਰ ਜਾਂਦਾ। ਉਹ ਅਗੰਮ ਹੈ, ਅਗਾਹ ਹੈ, ਅਥਾਹ ਹੈ, ਉਹਦੇ ਬਾਰੇ ਕੁਝ ਨਹੀਂ ਕਹਿ ਸਕਦੇ। ਇੰਨਾ ਕਹਿ ਕੇ ਵੀ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਗਰੀਬ ਨਵਾਜ ਸਤਿਗੁਰੂ ਕਹਿੰਦੇ ਉਸ ਪ੍ਰਮਾਤਮਾ ਦੀ ਇਸੇ ਵਡਿਆਈ ਤੋਂ ਮੈਂ ਬਲਿਹਾਰ ਹਾਂ, ਸਦਕੇ ਹਾਂ।
कि जिन्हां दी बांह पकड़ लैंदे आ उन्हां दी बांह मुड़ कदे नहीं छड्डदे। तो बाहर जाओ लख बेरियां, बलिहार जाने लख वार सतगुरु अपने तो, हर सज्जने अगाह में अगाह, शर्म पई नारायण नानक दर पईया। पर महाराज ने बांह क्यों पकड़ी? सतगुरु बांह कदों फड़दे आ? ਹੁਣ ਤੁਸੀਂ ਬੱਚੇ ਦੋ ਸੁਭਾਅ ਦੇ ਹੁੰਦੇ ਆ, ਇੱਕ ਨੂੰ ਕਹੋ ਬੇਟੇ ਜਾਣਾ ਹੈ ਆਪਾਂ ਤਾਂ ਲੈ ਬਾਂਹ ਮੈਂ ਫੜ ਲਾਂ ਤੇਰੀ, ਉਹ ਤਾਂ ਫੜਾ ਦਿੰਦਾ ਉਸੇ ਵੇਲੇ ਵੀ ਲਓ ਫੜ ਲਓ ਬਾਂਹ ਔਰ ਲੈ ਚੱਲੋ। ਇੱਕ ਹੁੰਦਾ ਕਹਿੰਦਾ ਨਹੀਂ ਮੈਂ ਇਕੱਲੇ ਨਹੀਂ ਜਾਣਾ ਹੈ, ਉਹ ਜਿੱਦ ਕਰ ਲੈਂਦਾ, ਬਾਂਹ ਛਡਾਈ ਜਾਏਗਾ ਬਾਰ-ਬਾਰ, ਨਹੀਂ ਮੈਂ ਨਹੀਂ ਬਾਂਹ ਪਕੜਾਉਣੀ, ਆਪਣੀ ਮਰਜ਼ੀ ਨਾਲ ਹੀ ਕਰਨਾ ਜੋ ਕਰਨਾ ਹੈ। ਬਾਂਹ ਵੀ ਕਿਹਦੀ ਪਕੜੇਗਾ? ਗੁਰੂ, ਜਿਹੜਾ ਗੁਰੂ ਦੇ ਦਰ ਤੇ ਪਏਗਾ। ਸਤਿਗੁਰੂ ਬਾਂਹ ਉਹਨਾਂ ਦੀ ਫੜਦੇ ਐ ਜਿਹੜੇ ਗੁਰੂ ਦੇ ਦਰ ਤੇ ਢਹਿ ਪੈਂਦੇ ਆ ਨਿਮਾਣੇ ਹੋ ਕੇ। ਜਿਹੜੇ ਕਹਿੰਦੇ ਆ ਨਹੀਂ ਅਸੀਂ ਤੇ ਆਪਣੀ ਮਰਜ਼ੀ ਨਾਲ ਚੱਲਣਾ, ਉਹਨਾਂ ਦੀ ਬਾਂਹ ਕਿੱਥੋਂ ਫੜ ਸਕਦਾ? ਜਿਨ੍ਹਾਂ ਦੀ ਬਾਂਹ ਆਪਣੇ ਛਡਾਉਣ ਦਾ ਜਿਨ੍ਹਾਂ ਨੇ ਯਤਨ ਕੀਤਾ ਤੇ ਮਨ ਮਰਜ਼ੀ ਨਾਲ ਜਿਨ੍ਹਾਂ ਘੁੰਮਣਾ ਦੁਨੀਆ ਦੇ ਮੇਲੇ ਨੂੰ ਔਰ ਆਪਣੀ ਮਨ ਮਰਜ਼ੀ ਨਾਲ ਹੀ ਮੰਨਣਾ ਇਸ ਨੂੰ, ਉਹਨਾਂ ਦੀ ਬਾਂਹ ਪਰਮਾਤਮਾ ਕਿਵੇਂ ਫੜੇ? ਸਤਿਗੁਰੂ ਮਹਾਰਾਜ ਸਮਝਾ ਰਹੇ ਨੇ, ਕਹਿੰਦੇ ਸ਼ਰਮ ਪਈ ਨਾਰਾਇਣ ਨਾਨਕ ਦਰ ਪਈਆ। ਜਦੋਂ ਗੁਰੂ ਦੇ ਦਰ ਤੇ ਨਿਮਾਣੇ ਹੋ ਕੇ ਢਹਿ ਪਏ, ਸਤਿਗੁਰੂ ਮਹਾਰਾਜ ਦੀ ਸ਼ਰਨ ਵਿੱਚ ਆ ਗਏ। ਸ਼ਰਨ ਵਿੱਚ ਆ ਗਏ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਇਸ ਗੱਲ ਦੀ ਇੱਜ਼ਤ ਰੱਖੀ ਵੀ ਮੇਰੇ ਦਰ ਤੇ ਡਿੱਗੇ ਹੋਏ ਨੇ ਤੇ ਇਹਨਾਂ ਦੀ ਬਾਂਹ ਮੈਂ ਫੜਨੀ ਹੈ। ਪਤਾ ਹੈ ਨਾ ਵੀ ਕਿਹਦਾ ਸਾਡਾ ਕੌਣ ਹੈ? ਮਹਾਰਾਜ ਤੁਹਾਡੇ ਤੋਂ ਸਿਵਾ ਸਾਡਾ ਕੌਣ ਹੈ? ਮਹਾਰਾਜ ਗੁਰੂ ਰਾਮਦਾਸ ਸਾਹਿਬ ਸਤਿਗੁਰੂ ਬਾਣੀ ਵਿੱਚ ਜਿਸ ਤਰ੍ਹਾਂ ਦਾ ਜੀਵਨ ਸੀਗਾ ਵੈਸਾ ਹੀ ਗੁਰਬਾਣੀ ਵਿੱਚ ਵੀ ਉਹਨਾਂ ਨੇ ਵਿਖਿਆਨ ਕੀਤਾ। ਕਹਿੰਦੇ ਬਹੁਤ ਥਾਂ ਤੇ ਭਟਕੇ, ਬਹੁਤ ਕੁਝ ਦੁਨੀਆ ਦੇ ਵਿੱਚ ਲੋਕ ਕਹਿੰਦੇ ਆ, ਬਹੁਤ ਕੁਝ ਕਰਦੇ ਆ, ਪਰ ਉਹ ਸਾਰੀਆਂ ਗੱਲਾਂ ਨੂੰ ਛੱਡ ਕੇ ਮਹਾਰਾਜ ਕਹਿੰਦੇ ਵੀ ਆਪ ਦੀ ਸ਼ਰਨ ਵਿੱਚ ਢਹਿ ਪਏ। ਲੋਗਣ ਕੀ ਚਤਰਾਈ ਉਪਮਾ ਤੇ ਬਸੰਤਰ ਜਾਰ, ਇਹ ਵੀ ਸਾੜ ਦਿੱਤੀਆਂ ਲੋਕਾਂ ਦੀਆਂ ਸਿਆਣਪ ਚਤਰਾਈਆਂ ਵੀ। ਅਬ ਹਮ ਚਲੀ ਠਾਕੁਰ ਪੈ ਹਾਰ, ਸਭ ਕੁਝ ਹਾਰ ਕੇ ਗੁਰੂ ਦੇ ਦਰ ਤੇ ਢਹਿ ਪਏ। ਫਿਰ ਕਿੱਦਾਂ ਨਹੀਂ ਬਾਂਹ ਫੜਦੇ ਮਹਾਰਾਜ? ਬਈ ਕਸ਼ਮੀਰ ਦੇ ਪੰਡਤ ਸਾਰੇ ਜਗ੍ਹਾ ਤੇ ਘੁੰਮ ਕੇ ਆਏ ਨਾ, ਸਾਰਿਆਂ ਨੂੰ ਬੇਨਤੀਆਂ ਕੀਤੀਆਂ, ਤਰਲੇ ਕੀਤੇ, ਯੱਗ ਕੀਤੇ, ਸਭ ਕੁਝ ਕੀਤਾ ਜੋ ਕਰ ਸਕਦੇ ਸੀਗੇ। ਅਖੀਰ ਜਦੋਂ ਹਾਰ ਗਏ ਫਿਰ ਗੁਰੂ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ ਡਿੱਗ ਪਏ ਕਿ ਸਤਿਗੁਰੂ ਹੁਣ ਤੁਹਾਡੇ ਤੋਂ ਸਿਵਾ ਕੋਈ ਨਹੀਂ ਜਿਹੜਾ ਸਾਡਾ ਬੇੜਾ ਪਾਰ ਲਾਏ। ਉਹ ਜਦੋਂ ਦਰ ਤੇ ਆ ਗਏ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ, ਤੇ ਸਤਿਗੁਰੂ ਨੇ ਦਰ ਤੇ ਆਇਆ ਹੋਇਆਂ ਦੀ ਪੈਜ ਰੱਖੀ ਹੈ। ਉਹਨਾਂ ਨੇ ਬਾਂਹ ਫੜ ਲਈ, ਉਹਨਾਂ ਨੂੰ ਆਸ਼ਵਸਤ ਕਰ ਦਿੱਤਾ ਵੀ ਤੁਸੀਂ ਚਿੰਤਾ ਨਾ ਕਰੋ, ਜਿਹੜਾ ਗੁਰੂ ਦੇ ਦਰ ਤੇ ਢਹਿ ਪਿਆ ਉਹਦੀ ਬਾਂਹ ਗੁਰੂ ਨੇ ਫੜ ਹੀ ਲੈਣੀ ਹੈ। ਤਾਂ ਮਜਬੂਰੀ ਇਹ ਹੈ ਕਿ ਆਪਾਂ ਗੁਰੂ ਦੇ ਦਰ ਤੇ ਢਹਿੰਦੇ ਨਹੀਂ। ਗੁਰਮੁਖ ਪਿਆਰੇ ਕਹਿੰਦੇ ਹੁੰਦੇ ਨਾ, ਬੜਾ ਪਿਆਰਾ ਜਿਹਾ ਵੀ ਮੱਥਾ ਤਾਂ ਟੇਕਦੇ ਆ, ਸਿਰ ਨਾਲ ਹੀ ਚੁੱਕ ਕੇ ਲੈ ਜਾਂਦੇ ਆ, ਮਤਲਬ ਜੋ ਟੇਕਦਾ ਹੀ ਨਹੀਂ। ਇਹ ਤਾਂ ਇਹ ਸੀਗਾ ਵੀ ਹੁਣ ਜੋ ਆਪ ਜੀ ਹੁਕਮ ਕਰੋਗੇ ਤਾਂ ਮੈਂ ਉਸੇ ਤਰ੍ਹਾਂ ਜੀਣਾ ਹੈ। ਤੋ ਕਹਿੰਦੇ ਵੀ ਸਾਰੀ ਉਮਰ ਹੀ ਬੰਦਾ ਮੱਥਾ ਟੇਕਦਾ ਪਰ ਉਹ ਨਾਲ ਹੀ ਸਿਰ ਚੁੱਕ ਕੇ ਲੈ ਜਾਂਦਾ। ਕਹਿੰਦੇ ਉਹਨਾਂ ਚਿਰ ਤੱਕ ਜੀਵਨ ਨਹੀਂ ਕਮਾ ਸਕਦਾ, ਗੁਰੂ ਦੇ ਕਹਿਣੇ ਵਿੱਚ ਨਹੀਂ ਆ ਸਕਦਾ, ਜਿੰਨਾ ਚਿਰ ਸਿਰ ਗੁਰੂ ਦੇ ਅੱਗੇ ਨਹੀਂ ਰੱਖ ਦਿੰਦਾ ਵੀ ਹੁਣ ਤੁਹਾਡਾ ਹੈ, ਹੁਣ ਜਿਵੇਂ ਕਹੋਗੇ ਉਵੇਂ ਕਰਾਂਗਾ। ਜਿੰਨਾ ਚਿਰ ਇਹ ਬਿਰਤੀ ਇਹ ਭਾਵਨਾ ਨਾਲ ਨਹੀਂ ਜਿਉਂਦਾ ਉਹਨਾਂ ਚਿਰ ਤੱਕ ਕਹਿੰਦੇ ਵੀ ਇਹਨੂੰ ਗੁਰੂ ਵਾਲਾ ਜੀਵਨ ਨਸੀਬ ਨਹੀਂ ਹੋ ਸਕਦਾ। ਤੋ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ, ਕਹਿੰਦੇ ਸ਼ਰਮ ਪਈ ਨਾਰਾਇਣ ਨਾਨਕ ਦਰ ਪਈਆ। ਕਹਿੰਦੇ ਗੁਰੂ ਦੇ ਦਰ ਤੇ ਡਿੱਗ ਪਏ, ਗੁਰੂ ਦੇ ਸ਼ਰਨ ਵਿੱਚ ਆ ਗਏ। ਇਸੇ ਗੱਲ ਦੀ ਪੈਜ ਗੁਰੂ ਪਰਮੇਸ਼ਰ ਨੇ ਰੱਖੀ ਹੈ, ਮਹਾਰਾਜ ਜੀ ਨੇ ਇੱਜ਼ਤ ਰੱਖੀ, ਪੈਜ ਰੱਖੀ। ਭਾਈ ਤਾਰੂ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਜੁੜੇ ਹੋਏ ਨੇ, ਸ਼ਰਨ ਵਿੱਚ ਹੈ ਗੁਰੂ ਸਾਹਿਬ ਦੀ। ਨਹੀਂ ਤਾਂ ਐਡੀ ਹਕੂਮਤ ਹੋਏ, ਇੰਨੇ ਲੋਕ ਹੋਣ, ਇਕੱਲਾ ਸਿੱਖ, ਪਰ ਉਹਦੇ ਨਾਲ ਗੁਰੂ ਹੈ, ਉਹ ਗੁਰੂ ਦੇ ਆਸਰੇ ਜੀਣ ਵਾਲਾ ਹੈ, ਗੁਰੂ ਦੇ ਦਰ ਤੇ ਪੈਣ ਵਾਲਾ ਸਿੱਖ ਹੈ। ਉਹਦੀ ਬਾਂਹ ਗੁਰੂ ਨੇ ਪਕੜੀ ਹੋਈ ਹੈ, ਇਸ ਕਰਕੇ ਉਹਨੂੰ ਇੰਨੀ ਹਕੂਮਤ ਵੀ ਦੇਖ ਲਓ, ਉਹਦੇ ਇੱਕ ਰੋਮ ਨੂੰ ਨਹੀਂ ਛੂਹ ਸਕੀ, ਕੇਸ ਨਹੀਂ ਕਤਲ ਕਰ ਸਕਦੇ ਹੋ। ਗੁਰੂ ਨੇ ਤਾਂ ਪ੍ਰਤੱਖ, ਇਤਿਹਾਸ ਨੇ ਪ੍ਰਤੱਖ ਦੱਸਿਆ ਹੈ ਕਿ ਜਿਹੜਾ ਗੁਰੂ ਦੀ ਸ਼ਰਨ ਪੈ ਜਾਂਦਾ ਹੈ ਗੁਰੂ ਉਹਦੀ ਬਾਂਹ ਫੜਦਾ ਹੈ, ਕਿਉਂਕਿ ਉਹਦਾ ਸੁਭਾਅ ਹੈ ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ, ਪੈਜ ਰੱਖਣੀ ਹੈ ਉਸਨੇ। ਉਹਦਾ ਬਿਰਧ ਇਹ ਹੈ ਕਿ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਸੇਵਕਾਂ ਦੀ, ਆਪਣੇ ਸਿੱਖਾਂ ਦੀ, ਆਪਣੇ ਜਿਹੜੇ ਗੁਰਸਿੱਖ ਨੇ ਉਹਨਾਂ ਦੀ ਪੈਜ ਮਹਾਰਾਜ ਰੱਖਦੇ ਜਿਹੜੇ ਉਹਦੇ ਸ਼ਰਨ ਵਿੱਚ ਆ ਕੇ ਬਹਿ ਗਏ, ਕਿਉਂਕਿ ਉਹਦੇ ਗੋਚਰੇ ਬੈਠੇ ਹੋਏ ਨੇ। ਜਿਹੜਾ ਉਹਦੇ ਗੋਚਰੇ ਆ ਉਹ ਉਹਦੇ ਜੁਗ ਹੈ ਬਸ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਭਾਈ ਜੋਗਾ ਜੀ ਜਦ ਉਹਨਾਂ ਦੇ ਦਰਬਾਰ ਦੇ ਵਿੱਚ ਗਏ ਮਹਾਰਾਜ ਜੀ ਦੇ,
ਤੇ ਸਤਿਗੁਰੂ ਪੁੱਛਦੇ ਵੀ ਜੋ ਨਾਮ ਕੀ ਹੈ ਸਿੱਖ ਦਾ। ਬੱਚੇ ਸੀਗੇ ਤੇ ਕਹਿੰਦੇ ਨਾਮ ਕੀ ਹੈ? ਕਹਿੰਦੇ ਜੋਗਾ। ਕਹਿੰਦੇ ਕਿਹਦੇ ਜੋਗਾ ਹੈ? ਕਿ ਉਹ ਕੁਦਰਤੀ ਸੁਭਾਵ ਕਿ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ। ਕਹਿੰਦੇ ਮਹਾਰਾਜ ਗੁਰੂ ਜੋਗਾ। ਨਾਮ ਕੀ ਹੈ? ਕਹਿੰਦੇ ਜੋਗਾ। ਕਹਿੰਦੇ ਕਿਹਦੇ ਜੋਗਾ ਹੈ? ਕਹਿੰਦੇ ਗੁਰੂ ਜੋਗਾ। ਕਹਿੰਦੇ ਜੇ ਤੂੰ ਗੁਰੂ ਜੋਗਾ ਤੇ ਗੁਰੂ ਤੇਰੇ ਜੋਗਾ ਹੈ। ਜਿਹੜਾ ਗੁਰੂ ਦੇ ਲਈ ਹੈ ਗੁਰੂ ਉਹਦੇ ਲਈ ਹੈ। ਜਿਹੜਾ ਗੁਰੂ ਦੇ ਸ਼ਰਨ ਵਿੱਚ ਆ ਗਿਆ ਗੁਰੂ ਉਹਦੀ ਪੈਜ ਰੱਖਦਾ ਤੇ ਰੱਖੀ ਨਹੀਂ। ਫਿਰ ਸਾਖੀ ਤੁਸੀਂ ਕਹਾਣੀ ਸਾਰਿਆਂ ਆਪਾਂ ਪੜ੍ਹੀ ਆ, ਉਹਨੂੰ ਜਿਸ ਤਰ੍ਹਾਂ ਮਰਜ਼ੀ ਆਪਾਂ ਸਮਝ ਲਈਏ, ਪਰ ਸਮਝਣ ਵਾਸਤੇ ਇਹ ਇੱਕ ਜ਼ਰੂਰੀ ਹੈ ਉਹਦੇ ਵਿੱਚ ਨੁਕਤਾ ਕਿ ਜਿਹੜਾ ਗੁਰੂ ਨਾਲ ਜੁੜਦਾ ਹੈ ਗੁਰੂ ਉਹਦੀ ਪੈਜ ਰੱਖਦਾ। ਇਹ ਸਮਝਣਾ ਜ਼ਰੂਰੀ ਹੈ। ਤਾਂ ਗਰੀਬ ਨਵਾਜ ਕਹਿੰਦੇ ਕਿ ਸ਼ਰਮ ਪਈ ਨਾਰਾਇਣ ਹੈ ਨਾਨਕ ਦਰ ਪਈਆ, ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪ੍ਰਵਾਹ। ਉਹ ਬੇਪਰਵਾਹ ਅਕਾਲ ਪੁਰਖ ਵਾਹਿਗੁਰੂ ਜਿਹਨੂੰ ਬਖਸ਼ ਲੈਂਦਾ ਹੈ, ਜੇ ਤੇ ਰਹਿਮਤ ਕਰ ਦਿੱਤੀ ਹੈ, ਜਿਨ੍ਹਾਂ ਨੂੰ ਬਖਸ਼ਿਸ਼ ਹੋ ਗਈ ਨਾਮ ਦੀ, ਉਹਨਾਂ ਲਈ ਪੋਹ ਦਾ ਮਹੀਨਾ ਵੀ ਸੋਹਣਾ ਹੈ, ਚੰਗਾ ਹੈ। ਉਹਨਾਂ ਨੂੰ ਠੰਡ ਨਹੀਂ ਸਤਾਉਂਦੀ। ਠੰਡ ਵੀ ਸਤਾਉਂਦੀ ਹੈ, ਗਰਮੀ ਵੀ ਸਤਾਉਂਦੀ ਹੈ, ਜੇਠ ਹਾੜ ਵੀ ਸਤਾਉਂਦਾ ਹੈ, ਪੋਹ ਦਾ ਪਾਲਾ ਵੀ ਸਤਾਉਂਦਾ ਹੈ। ਜੇਠ ਹਾੜ ਦੀ ਤਪਤ ਵੀ ਬੰਦੇ ਨੂੰ ਸਤਾ ਦਿੰਦੀ ਹੈ। ਤੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਨੁਕਤਾ ਬੜਾ ਸੋਹਣਾ ਸਾਡੇ ਸਾਹਮਣੇ ਰੱਖਿਆ ਉਹ ਇਹ ਹੈ ਕਿ ਦੁਨੀਆ ਨਾ ਤਿਆਗਣੀ ਹੈ ਤੇ ਨਾ ਇਕੱਲਾ ਦੁਨੀਆ ਵਿੱਚ ਹੀ ਰਹਿਣਾ ਹੈ। ਦੁਨੀਆ ਨੂੰ ਪੈਦਾ ਕਰਨ ਵਾਲਾ ਪ੍ਰਮਾਤਮਾ ਹੈ। ਮਾਇਆ ਦੀ ਠਗੌਲੀ ਵੀ ਪਰਮੇਸ਼ਰ ਦੀ ਪਾਈ ਹੋਈ ਹੈ। ਇਸ ਕਰਕੇ ਜੇ ਇਕੱਲੀ ਠਗੌਲੀ ਨਾਲ ਹੀ ਜੀਣ ਦੀ ਕੋਸ਼ਿਸ਼ ਕਰਾਂਗੇ ਤਾਂ ਦੁੱਖ ਰਹੇਗਾ ਜੀਵਨ ਵਿੱਚ। ਘਰ ਬਾਰ ਧਨ ਦੌਲਤ ਸਭ ਕੁਛ ਸਫਲ ਹੋ ਜਾਏਗਾ ਜਦ ਮਨੁੱਖ ਗੁਰੂ ਨਾਲ ਜੁੜ ਜਾਏਗਾ। ਕਿਹਾ ਨਹੀਂ, ਜਿਨ੍ਹਾਂ ਦੇ ਗੁਰੂ ਨਾਲ ਜੁੜ ਗਏ, ਜਿਹੜੇ ਗੁਰੂ ਦੀ ਸੇਵਾ ਦੇ ਵਿੱਚ ਲੱਗ ਗਏ, ਉਹਨਾਂ ਦੇ ਘਰ ਮਹਿਲ ਸਰਾਂ, ਉਹਨਾਂ ਦੀਆਂ ਕੋਠੀਆਂ ਮੰਡਪ ਮਾੜੀਆਂ, ਉਹਨਾਂ ਦੇ ਜੋ ਵੀ ਘੋੜੇ, ਜੋ ਵੀ ਬਰਕਤਾਂ ਮਹਾਰਾਜ ਨੇ ਦਿੱਤੀਆਂ ਨੇ, ਜੋ ਗੱਡੀਆਂ ਦੌਲਤਾਂ ਸ਼ੌਹਰਤਾਂ, ਜਿਹੜੇ ਗੁਰੂ ਨਾਲ ਜੁੜੇ ਹੋਏ ਆ ਸਭ ਸਫਲ ਹੋ ਗਿਆ। ਕੱਲੀ ਕੱਲੀ ਗੱਲ ਮਹਾਰਾਜ ਨੇ ਬਾਣੀ ਵਿੱਚ ਕਹੀ, ਹਰ ਪੱਖ ਤੋਂ ਕੰਪਲੀਟ ਕੀਤਾ। ਕਿਤੇ ਵੀ ਸਬਜੈਕਟ ਨੂੰ ਅਧੂਰਾ ਨਹੀਂ ਛੱਡਿਆ, ਹਰ ਪੱਖ ਤੋਂ। ਪਰ ਗੱਲ ਇੱਕ ਹੀ ਸਮਝਾਈ ਹੈ ਕਿ ਜੇ ਰੱਬ ਦੇ ਨਾਲ ਵੀ ਜੁੜੇ ਤੇ ਬੰਦਾ ਸੋਚੇ ਵੀ ਦੁਨੀਆ ਨੂੰ ਮਿਟਾ ਕੇ ਜੁੜਨਾ ਹੈ, ਤਿਆਗ ਦਿਓ ਦੁਨੀਆ ਨੂੰ, ਫਿਰ ਰੱਬ ਨਾਲ ਜੁੜਨਾ ਹੈ। ਕਿਰਤ ਕਮਾਈ ਨੂੰ ਤਿਆਗ ਦਿਓ ਤਾਂ ਜੁੜਨਾ ਹੈ। ਮਹਾਰਾਜ ਜੀ ਨੇ ਕਿਹਾ ਨਹੀਂ, ਤਪਤ ਤੋਂ ਇੰਨਾ ਦੁਖੀ ਨਾ ਹੋ। ਜੇ ਸਰਦੀ ਨਾਲ ਜੁੜੇਗਾ ਤਾਂ ਧੁੱਪ ਚੰਗੀ ਲੱਗਣ ਲੱਗ ਪਏਗੀ। ਸ਼ੀਤਲਤਾ ਦੇ ਸੌਮੇ ਪ੍ਰਮਾਤਮਾ ਨਾਲ ਜੁੜੇਗਾ ਤਾਂ ਤੈਨੂੰ ਦੁਨੀਆ ਚੰਗੀ ਲੱਗਣ ਲੱਗ ਪਏਗੀ। ਰੋਜ਼ ਪੜ੍ਹਦੇ ਆਨੰਦ ਸਾਹਿਬ ਦੀ ਬਾਣੀ ਵਿੱਚ, ਇਹ ਨੇਤਰੋ ਮੇਰਿਓ ਹਰ ਤੁਮੈ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹ ਵੇ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ। ਇਹ ਪਰਮੇਸ਼ਰ ਦਾ ਰੂਪ ਹੈ। ਇਹ ਵੀ ਇਹਨੂੰ ਤਿਆਗ ਕਿਵੇਂ ਸਕਦੇ ਹੋ? ਇਹਦੇ ਵਿੱਚ ਰਹਿ ਕੇ ਹੀ ਤੁਸੀਂ ਪ੍ਰਮਾਤਮਾ ਦੀ ਪ੍ਰਾਪਤੀ ਹੈ। ਪਰਮੇਸ਼ਰ ਨਾਲ ਜੁੜੋ ਤਾਂ ਦੁਨੀਆ ਵੀ ਤੁਹਾਨੂੰ ਸੁਖ ਪ੍ਰਤੀਤ, ਸੁਖ ਦੇਗੀ, ਪਦਾਰਥ ਵੀ ਸੁਖ ਦੇਗਾ। ਗੁਰੂ ਨਾਨਕ ਸਾਹਿਬ ਸਤਿਗੁਰੂ ਮਹਾਰਾਜ ਜੀ ਦੇ ਜੀਵਨ ਦੀ ਸਾਖੀ ਇਤਿਹਾਸ ਨੇ ਜੋ ਲਿਖੀ ਹੈ ਕਿ ਗਰੀਬ ਨਵਾਜ ਸਤਿਗੁਰੂ ਮਹਾਰਾਜ ਆਰਾਮ ਕਰਦੇ ਨੇ ਪੇੜ ਦੇ ਹੇਠਾਂ, ਔਰ ਧੁੱਪ ਆ ਜਾਂਦੀ ਆ ਤੇ ਇੱਕ ਸੱਪ ਆ ਕੇ ਉਹਨਾਂ ਦੀ ਛਾਂ ਕਰ ਦਿੰਦਾ ਹੈ। ਪੜ੍ਹੀ ਹੈ ਸਾਖੀ। ਉਹ 'ਚ ਕਈ ਵਿਤਰਕ ਨੇ ਕਿ ਸਾਖੀ ਸੱਪ ਜੀ ਕਿਵੇਂ ਛਾਂ ਕਰ ਸਕਦਾ ਜਾਂ ਕਿਵੇਂ ਇਹ ਹੋ ਸਕਦਾ। ਪਰ ਮਹਾਰਾਜ ਨੇ ਜਿਹੜੀ ਗੱਲ ਸਮਝਾਈ, ਸਮਝਣ ਵਾਸਤੇ ਜਿਹੜੀ ਚੀਜ਼ ਹੈ ਜੋ ਮੈਂ ਸਮਝ ਸਕਦਾ ਹੈ, ਜੋ ਸਮਝ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, ਉਹ ਇਹ ਹੈ ਕਿ ਸੰਸਾਰ ਦੇ ਦੁਨੀਆ ਮਾਇਆ ਜਿਹੜੀ ਆ ਇਹ ਹੈ ਸੱਪ, ਨਾਗਣੀ, ਮਾਇਆ ਹੋਈ ਨਾਗਣੀ, ਜਗਤ ਰਹੀ ਲਪਟਾਏ। ਜਗਤ ਨੂੰ ਉਹ ਲਪਟੀ ਹੋਈ ਹੈ। ਜੋ ਇਸ ਕੀ ਸੇਵਾ ਕਰੇ ਤਿਸੀ ਕੋ ਫਿਰ ਖਾਏ। ਜਿਹੜਾ ਇਕੱਲਾ ਦੁਨੀਆ ਨੂੰ ਹੀ ਦੁਨੀਆ ਦੇ ਨਾਲ ਜੀਣਾ ਚਾਹੁੰਦਾ, ਰੱਬ ਨੂੰ ਛੱਡ ਦਿੰਦਾ, ਰੱਬ ਦਾ ਪੱਲਾ ਛੱਡ ਦਿੰਦਾ ਹੈ, ਉਹ ਫਿਰ ਉਹਨੂੰ ਖਾ ਜਾਂਦੀ ਹੈ। ਤੇ ਗਰੀਬ ਨਵਾਜ ਗੁਰੂ ਨਾਨਕ ਸਾਹਿਬ ਮਹਾਰਾਜ ਆਰਾਮ ਕਰਦੇ ਆ, ਉਹ ਛਾਂ ਕਰਦੀ ਹੈ। ਮਤਲਬ ਕੀ ਹੈ ਕਿ ਗੁਰੂ ਨੂੰ ਦੁਨੀਆ ਜਿਹੜੀ ਆ ਉਹ ਖਾ ਨਹੀਂ ਸਕਦੀ। ਸੰਸਾਰ ਦੀ ਮਾਇਆ ਗੁਰੂ ਨੂੰ ਨਹੀਂ ਨਿਗਲ ਸਕਦੀ। ਗੁਰੂ ਦੁਨੀਆ ਵਿੱਚ ਰਹਿੰਦਿਆਂ ਹੋਇਆ ਹੀ ਨਿਰਲੇਪ ਹੈ ਦੁਨੀਆ ਦੀ ਪਕੜ ਤੋਂ, ਦੁਨੀਆ ਦੇ ਮੋਹ ਤੋਂ, ਮਾਇਆ ਦੇ ਬੰਧਨਾਂ ਤੋਂ, ਮਾਇਆ ਦੇ ਮੋਹ ਤੋਂ ਗੁਰੂ ਰਹਿਤ ਹੈ। ਜਿਹੜਾ ਸਿੱਖ ਗੁਰੂ ਦੇ ਨਾਲ ਜੁੜ ਕੇ ਗੁਰੂ ਵਾਲਾ ਬਣ ਕੇ ਜੀਵਨ ਜਿਉਂਦਾ ਹੈ, ਉਹਨੂੰ ਵੀ ਮਾਇਆ ਕੁਝ ਨਹੀਂ ਕਹਿੰਦੀ। ਇਹ ਵੀ ਬਾਣੀ ਵਿੱਚ ਕਿਹਾ, ਦੁਨੀਆ ਦਾ ਤਿਆਗ ਤੇ ਦੁਨੀਆ ਦਾ ਭੋਗਣਾ ਗੁਰੂ ਨਾਲ ਮਿਲ ਕੇ ਹੀ ਭੋਗਿਆ ਜਾ ਸਕਦਾ ਹੈ ਅਸਲ ਵਿੱਚ। ਨਹੀਂ ਤਾਂ ਉਹ ਤਾਂ ਦੁਨੀਆ ਖਾ ਜਾਏਗੀ, ਨਾਗਣੀ ਐ, ਜੰਗ ਜਾਏਗੀ ਸਾਨੂੰ। ਇਹ
ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਛਾਂ ਕਰਦੇ ਆ, ਕਿਉਂਕਿ ਸੇਵਾ ਵਿੱਚ ਲੱਗੀ ਹੋਈ ਹੈ, ਗੁਰੂ ਦੀ ਸੇਵਾ ਵਿੱਚ ਹੈ। ਇਸ ਤਰ੍ਹਾਂ ਹੀ ਮਹਾਰਾਜ ਜੀ ਨੇ ਸਾਨੂੰ ਸਮਝਾਇਆ ਹੈ ਬਾਣੀ ਵਿੱਚ ਕਿ ਜਿਹੜਾ ਗੁਰਮੁਖ ਹੁੰਦਾ ਹੈ ਨਾ, ਉਹ ਮਾਇਆ ਨਾਗਣੀ ਸਾਰਿਆਂ ਨੂੰ ਤਾਂ ਖਾ ਗਈ, ਪਰ ਜਿਹੜਾ ਗੁਰਸਿੱਖ ਗੁਰੂ ਦੇ ਬਾਣੀ ਵਾਲਾ ਸੀਗਾ, ਗੁਰੂ ਦੇ ਗਿਆਨ ਵਿੱਚ ਜੀਣ ਵਾਲਾ ਸੀਗਾ, ਉਸ ਨੇ ਇਸ ਮਾਇਆ ਨੂੰ ਵੀ ਦਲ ਮਲ ਕੇ ਆਪਣੇ ਪੈਰੀਂ ਲਾ ਲਿਆ, ਭਾਵ ਸੇਵਕ ਬਣਾ ਲਿਆ, ਉਹ ਉਹਦੀ ਸੇਵਾ ਵਿੱਚ ਲਾ ਦਿੱਤਾ। 184 ਮੇਦਨੀ ਸਭ ਸੇਵ ਕਰਨ ਦਾ, ਸਾਰੀ ਸੰਸਾਰ ਦੇ ਜੋ ਵੀ ਪਦਾਰਥ, ਜੋ ਬਰਕਤਾਂ, ਸਾਰੀਆਂ ਹੀ ਉਹਦੀ ਸੇਵਾ ਵਿੱਚ ਲੱਗ ਗਏ ਆ। ਸਾਰੇ ਮਹਾਰਾਜ ਦੇ ਹੁਕਮ ਵਿੱਚ ਹੈ ਤੇ ਉਹ ਮਹਾਰਾਜ ਦਾ ਬੰਦਾ ਹੈ, ਤੇ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਲక్ష్ਮੀ ਤੋੜ ਨਾ ਆਵੇ ਖਾਏ ਖਰਚ ਰਹੰਦਾ। ਜੋ ਸਾਰੀਆਂ ਗੱਲਾਂ ਸਾਨੂੰ ਗੁਰੂ ਸਾਹਿਬ ਮਹਾਰਾਜ ਨੇ ਸਮਝਾ ਦਿੱਤੀਆਂ ਵੀ ਜਿਹੜਾ ਗੁਰੂ ਨਾਲ ਜੁੜ ਗਿਆ, ਦੁਨੀਆ ਉਹਦੀ ਸੇਵਾ ਵਿੱਚ ਲਾ ਦਿੱਤੀ। ਮਹਾਰਾਜ ਜੀ ਨੇ ਹਰ ਪਦਾਰਥ ਉਹਦੀ ਸੇਵਾ ਕਰਦਾ ਹੈ, ਉਹ ਦੁਨੀਆ ਨੂੰ ਭੋਗ ਰਿਹਾ ਹੈ, ਦੁਨੀਆ ਨੂੰ ਉਹ ਮਾਣ ਰਿਹਾ, ਦੁਨੀਆ ਦੇ ਸੁੱਖ ਨੂੰ। ਤਾਂ ਬਾਕੀ ਜਿਹੜਾ ਉਹਨੂੰ ਸੱਪ ਹੈ, ਸੱਪ ਦਾ ਡੰਗ ਹੀ ਲੈਂਦਾ। ਸਪੇਰਾ ਵੇਖੋ ਕਿੱਡਾ ਵੱਡੀ ਸੱਚਾਈ ਹੈ ਸੰਸਾਰ ਦੀ ਕਿ ਦੁਨੀਆ ਜਿਹੜੇ ਸੱਪ ਤੋਂ ਡਰਦੀ ਹੈ, ਸਪੇਰਾ ਉਸੇ ਤੋਂ ਕਮਾਈ ਕਰਦਾ ਹੈ। ਉਹਦੇ ਬੱਚੇ ਉਹਨਾਂ ਨਾਲ ਖੇਡਦੇ ਹੈ, ਉਹ ਆਪਣੀਆਂ ਟੋਕਰੀਆਂ 'ਚ ਪਾ ਕੇ, ਆਪਣੀਆਂ ਜੇਬਾਂ 'ਚ ਪਾ ਕੇ, ਹੱਥ 'ਚ ਪਕੜ ਕੇ ਸੱਪ ਤੁਰੇ ਫਿਰਦਾ ਹੈ। ਉਹਨੂੰ ਸੱਪ ਡੰਗ ਨਹੀਂ ਮਾਰਦਾ, ਉਹਨੂੰ ਡਸਦਾ ਨਹੀਂ। ਗੁਰਸਿੱਖ ਨੂੰ ਸੰਸਾਰ ਦੀ ਮਾਇਆ ਨਹੀਂ ਡਸਦੀ, ਕਿਉਂਕਿ ਉਹਦੇ ਕੋਲ ਗੁਰਮੁਖ ਕੋਈ ਗਾਰੜੂ ਤਿਨ ਦਲ ਮਲ ਲਾਈ ਪਾਏ। ਉਹਦੇ ਕੋਲ ਗਾਰੜੀ ਗੁਰੂ ਦਾ ਮੰਤਰ ਹੈ, ਗੁਰੂ ਦਾ ਸ਼ਬਦ ਹੈ। ਇਸ ਕਰਕੇ ਦੁਨੀਆ ਦਾ ਮੋਹ ਉਹਨੂੰ ਠੱਗਦਾ ਨਹੀਂ। ਉਹਨੂੰ ਤਾਂ ਇਹ ਦਿਸਦਾ ਹੈ ਕਿ ਜਿੱਥੇ ਕਿਤੇ ਵੀ ਹੈ ਉਹ ਅਕਾਲ ਪੁਰਖ ਵਾਹਿਗੁਰੂ ਹੀ ਹੈ। ਇਹ ਵੇ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਉਹ ਕਹਿੰਦਾ ਮੇਰੇ ਨੇਤਰੋ, ਜੋ ਤੁਸੀਂ ਦੇਖ ਰਹੇ ਹੋ ਇਹ ਅਕਾਲ ਪੁਰਖ ਦਾ ਹੀ ਰੂਪ ਹੈ। ਇਸ ਕਰਕੇ ਉਹਦੇ ਤੇ ਡੰਗ ਨਹੀਂ ਚੱਲਦਾ, ਮਾਇਆ ਦਾ ਅਸਰ ਨਹੀਂ ਚੱਲਦਾ। ਉਹਨੇ ਕੀਲਿਆ ਹੋਇਆ ਹੈ ਸੰਸਾਰ ਦੀ ਮਾਇਆ, ਮਾਇਆ ਦਾ ਮੋਹ ਉਹਦੇ ਰੰਗ ਨਹੀਂ ਚਾੜਦਾ। ਤਾਂ ਬੰਦੇ ਨੂੰ ਤਾਂ ਉਹ ਤਾਂ ਫਿਰ ਸਾਰੇ ਡਸੇ ਫਿਰਦੇ ਆ ਆਪਾਂ। ਹੰਕਾਰ ਚੜ ਜਾਂਦਾ ਹੈ। ਹੰਕਾਰ ਕਿਉਂ ਚੜਦਾ? ਕਿਉਂਕਿ ਮਾਇਆ ਦਾ ਮੋਹ ਡਸ ਜਾਂਦਾ ਹੈ, ਤੋ ਫਿਰ ਹੰਕਾਰ ਦਾ ਰੂਪ ਬਣ ਕੇ ਚੜਦਾ ਹੈ। ਇਸ ਕਰਕੇ ਗਰੀਬ ਨਵਾਜ ਸਤਿਗੁਰੂ ਬੜਾ ਪਿਆਰਾ ਜਿਹਾ ਜ਼ਿਕਰ ਕਰਦੇ ਨੇ ਕਿ ਪੋਖ ਸੁਹੰਦਾ ਸਰਬ ਸੁਖ, ਉਹਦੇ ਲਈ ਜੇਠ ਹਾੜ ਦੀਆਂ ਧੁੱਪਾਂ ਵੀ ਨਿੱਘ ਦੇ ਜਾਂਦੀਆਂ ਨੇ, ਕਿਉਂਕਿ ਉਹ ਸਰਦੀ ਨਾਲ ਜੁੜਿਆ ਹੋਇਆ। ਪੋਖ ਦੇ ਮਹੀਨੇ ਵਿੱਚ ਉਸੇ ਧੁੱਪ ਦੀ ਅਹਿਮੀਅਤ ਹੈ ਜਿਹਦਾ ਤਿਰਸਕਾਰ ਜੇਠ ਹਾੜ ਵਿੱਚ ਹੈ। ਬਸ ਇਉਂ ਸਮਝ ਲਓ। ਤੇ ਜੇ ਇੱਥੇ ਧੁੱਪ ਨਾ ਹੋਏ ਤਾਂ ਫਿਰ ਪਾਲਾ ਬੰਦੇ ਨੂੰ ਠੰਡ ਪਰੇਸ਼ਾਨ ਕਰੇਗੀ। ਜਦੋਂ ਵਾਹਿਗੁਰੂ ਦੇ ਨਾਲ ਜੁੜ ਜਾਏਗਾ ਤਾਂ ਦੁਨੀਆ ਵੀ ਸੁੱਖ ਦੇਣ ਲੱਗ ਪਏਗੀ। ਧੀਆਂ ਪੁੱਤ ਪਰਿਵਾਰ ਬੋਝ ਨਹੀਂ ਲੱਗਣਗੇ, ਇਹ ਵੀ ਰੱਬ ਦੀ ਦਾਤ ਲੱਗਣਗੇ, ਰੱਬ ਦਾ ਰੂਪ ਲੱਗਣਗੇ। ਪੈਸਾ ਵੀ ਸੱਪ ਨਹੀਂ ਲੱਗੇਗਾ, ਨਾਗਣੀ ਨਹੀਂ ਲੱਗੇਗੀ ਵੀ ਤਿਆਗ ਦਿਓ, ਘਰ-ਬਾਰ ਤਿਆਗ ਕੇ ਜੋਗੀਆਂ ਵਾਂਗੂ ਨਿਕਲ ਜਿਓ। ਉਹ ਵੀ ਫਿਰ ਇਉਂ ਲੱਗੇਗਾ ਵੀ ਇਹ ਮਹਾਰਾਜ ਨੇ ਸੇਵਾ ਵਿੱਚ ਲਾਏ ਆ ਤੇ ਇਹਦੇ ਵਾਸਤੇ ਆਪਣਾ ਕੋਈ ਫਰਜ਼ ਵੀ ਹੈ। ਸੰਸਾਰ ਇੱਕ ਬਗੀਚੀ ਲੱਗਦਾ ਹੈ ਜਿਹਦੀ ਸੰਭਾਲ ਵਾਸਤੇ ਮਹਾਰਾਜ ਨੇ ਸਾਨੂੰ ਮਾਲੀ ਬਣਾ ਦਿੱਤਾ ਹੈ। ਇਸ ਤਰ੍ਹਾਂ ਦੀ ਇੱਕ ਬਿਰਤੀ ਬਣ ਜਾਂਦੀ ਹੈ ਤਾਂ ਉਹਦੇ ਵਾਸਤੇ ਸਾਰਾ ਜੀਵਨ ਸੁਖਮਈ ਹੋ ਜਾਂਦਾ ਹੈ। ਪੋਖ ਸੁਹੰਦਾ ਸਰਬ ਸੁਖ, ਜਿਸ ਬਖਸ਼ੇ ਬੇਪਰਵਾਹ, ਜਿਸ ਤੇ ਉਹ ਬੇਪਰਵਾਹ ਅਕਾਲ ਪੁਰਖ ਵਾਹਿਗੁਰੂ ਮਹਾਰਾਜ ਰਹਿਮਤ ਕਰ ਦਿੰਦੇ ਆ। ਸਤਿਗੁਰੂ ਕਿਰਪਾ ਕਰਨ ਮਹਾਰਾਜ, ਸਮਤ ਬਖਸ਼ਿਸ਼ ਕਰਨ, ਨਾਮਦਾਨ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਿਸ਼ ਕਰਨ, ਗੁਰ ਸ਼ਬਦ ਦਾ ਪ੍ਰਕਾਸ਼ ਸਾਡੇ ਹਿਰਦੇ ਵਿੱਚ ਹੋਏ, ਐਸੀ ਸਤਿਗੁਰੂ ਜੀ ਰਹਿਮਤ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ